ਨਹੀਂ ਕਰਾਂ ਤਾਂ ਜਾਂਦੇ ਨੇ ਨਾਲ ਹੀ ਗਏ ਜਿੱਥੇ ਵੀ ਹੁੰਦਾ ਸੀ ਜਾਂਦੇ ਨੇ ਸਾਈਕਲ ਤੇ ਜਾਂਦੇ ਕਈ ਵਾਰੀ ਗਏ ਕਾਂਗੜ ਭੇੜਾ ਸੀ ਰਾਮ ਦੇ ਉਹ ਏਰੀਏ ਬਹੁਤ ਦੂਰ ਨਾਲ ਹੀ ਗਏ ਤੇ ਪਹੁੰਚ ਜਾਂਦੇ ਬਹੁਤ ਅੱਛੀ ਗੱਲ ਹੈ। ਬਹੁਤ ਬਹੁਤ ਰਹਿੰਦੇ ਬਹੁਤ ਜ਼ਿਆਦਾ ਆਨੰਦ ਆਉਂਦਾ। ਕੋਈ ਘਟਨਾ ਯਾਦ ਆ ਬੜੇ ਮਾਲਕਾਂ ਨਾਲ? ਉਹ ਇਨਸਾਨ ਕਹਿੰਦਾ ਵੀ ਕੋਈ ਯਾਦਗਾਰ ਪਲ ਹੁੰਦੇ ਆ, ਕੋਈ ਯਾਦਗਾਰ ਘਟਨਾ ਹੁੰਦੀਆਂ। ਕਰਨਾ ਇੱਕ ਯਾਦ ਹੈਗੀ ਦੁੱਖੀ ਆਪਣੀ ਸੁਣਾ ਦੇ ਫਿਰ। ਹਾਂਜੀ ਪੜ੍ਹ ਕੇ ਜਦੋਂ ਸਾਡੇ ਪਿੰਡ 'ਚ ਪੜ੍ਹਦੇ ਪਿੰਡ ਸੱਜੋ ਜਦੋਂ ਪਿੰਡ 'ਚ ਪੜ੍ਹਦੇ ਆ ਉੱਥੇ ਬਹੁਤ ਭਾਰਾ ਇੱਕ ਤਲਾਅ ਹੈ ਸੜਕਾਂ ਦਾ ਘਰਾਂ ਜਾਣ ਨੂੰ ਉੱਧਰੋਂ ਆਮ ਆਦਮੀ ਗੱਡੀ ਗੁੱਡੀ ਕੋਈ ਲੰਘਦੀ ਇਹਨਾਂ ਨਾ ਗਾਰਾ ਹੋ ਜਾਂਦਾ ਪਿੰਡ ਵਾਲੇ ਕਹਿੰਦੇ ਵੀ ਇੱਧਰੋਂ ਗੱਡੀ ਜਾਣੀ ਨਹੀਂ ਹੈ ਜਾਣਾ ਕਿੱਦਾਂ ਤੁਰ ਕੇ ਅਸੀਂ ਤਾਂ ਖੜੇ ਹੋਏ ਤੇ ਮੂਹਰੇ ਸਾਡੇ ਭਰਾ ਛੋਟੂ ਰਾਮ ਗੁਰਜੀਤ ਉਹ ਵੀ ਖੜੇ ਕੀ ਦੇਖਿਆ ਉਹ ਪਾਕਿਸਤਾਨ ਜਦੋਂ ਉਹਨਾਂ ਦੀ ਗੱਡੀ ਸੁਗਾਉ ਲੱਗ ਗਈ ਉਹਦਾ ਗਿਆ ਵਾ ਸੀ ਅੱਗੇ ਨਾਲ ਆ ਕੇ ਪਿੰਡ ਵਾਲੇ ਉੱਤੇ ਸਰਪੰਚ ਲਗਾਏ ਉਹ ਕਹਿੰਦੇ ਗੱਡੀ ਤੋਂ ਜਾਣੀ ਨਹੀਂ ਹੈ ਜਾਣਾ ਕਿੱਦਾਂ ਇੱਧਰੋਂ ਉਹ ਰਸਤਾ ਨਹੀਂ ਸਾਨੂੰ ਵਿਸ਼ਵਾਸ ਗੱਡੀ ਦੇ ਹੁੰਦੇ ਨਹੀਂ ਸਕਦੀ ਕਿਤੇ ਹੋ ਹੀ ਨਹੀਂ ਸਕਦਾ ਕਹੀ ਜਾਣ ਜੋ ਮਰਜ਼ੀ ਹੋਰ ਵੀ ਕਹੀ ਜਾਏ ਤੇ ਜਾਣਾ ਕਿੱਦਾਂ ਹੈ ਇੱਦਾਂ ਕਰੋਗੇ ਕੋਠੇ ਵਧੀਆ ਜਾ ਕੇ ਤੇ ਹੋਰ ਗੜੀ ਚੱਲ ਜਾਂਦੇ ਗੱਡੀ ਇੱਥੇ ਖੜਾ ਅਸੀਂ ਨਹੀਂ ਸੁਣੀ ਕਿਸੇ ਦੀ ਸਾਨੂੰ ਵਿਸ਼ਵਾਸ ਦੂਜੀ ਵਾਰੀ ਜਾਣਾ ਸੀ ਘਰ ਗੱਡੀ ਆਈ ਨਾਮ ਦਿੱਤੀ ਠੀਕ ਹੈ ਕਹਿੰਦੇ ਮਾਲਕ ਜੀ ਉਹਦੇ ਠੀਕ ਠਾਕ ਹੈ ਘਬਰਾਏ ਤਾਂ ਨਹੀਂ ਹੈ ਨਹੀਂ ਜੀ ਅਸੀਂ ਮੈਂ ਤਾਂ ਛੋਟੂ ਜੀ ਗੁਰਵੀਰ ਦਿਨੇ ਸੀਗੇ ਤਿੰਨੇ ਭਰਾ ਫਿਰ ਚਲੋ ਫਿਰ ਅਸੀਂ ਦੇਖਿਆ ਕੁਝ ਨਹੀਂ ਵੀ ਪੈਂਟ ਪਾਈ ਪਜਾਮਾ ਪਾਇਆ ਉਹਨਾਂ ਦੀ ਗੱਡੀ ਦਾ ਪਤਾ ਨਹੀਂ ਲੱਗਿਆ ਕਿਹੜੇ ਇਹਨਾਂ ਗੱਲ ਲੋਕ ਦੇਖ ਕੇ ਹੈਰਾਨ ਹੋ ਗਏ ਕਮਾਲ ਇੱਧਰੋਂ ਗੱਡੀਆਂ ਜਿੰਨੀਆਂ ਮੇਰੀਆਂ ਫਸਦੀਆਂ ਬਹੁਤ ਰਹਿਣ ਜੈ ਮਾਤਾ ਜੈ ਮਾਤਾ ਇਹ ਤਾਂ ਗੱਲ ਹੁੰਦੀ ਦੂਜਿਆਂ ਨੂੰ ਤਾਰਨ ਵਾਲੇ ਦੂਜਿਆਂ ਨੂੰ ਕੱਢਣ ਵਾਲੇ ਆਪ ਨਹੀਂ ਫਸ ਸਕਦੇ ਆ। ਇਹੀ ਤਾਂ ਸੱਚਾਈ ਹੁੰਦੀ ਹੈ। ਤੂੰ ਵੀ ਸੁਣਾ ਦੇ ਤੂੰ ਤੇਰੇ ਅੰਦਰ ਵੀ ਕੋਈ ਘਟਨਾ ਹੈਗੀ ਤੈਨੂੰ ਮੌਕਾ ਬਹੁਤ ਮਿਲਿਆ ਬੜੇ ਮਾਲਕਾਂ ਨਾਲ ਉਹ ਸੁਣਾ ਕੋਈ ਘਟਨਾ ਫਿਰ। ਸਾਡੇ ਕੋਲ 15-20 ਮਿੰਟ ਦਾ ਟਾਈਮ ਹੈਗਾ ਔਰ ਇੰਨੀ ਲੰਬੀ ਘਟਨਾ ਹੈ ਕਿ ਤੂੰ 20 ਮਿੰਟ ਦੀ ਖਤਮ ਨਾ ਕਰ ਸਕੇ। ਸੁਣਾ ਦੇ ਫਿਰ ਖੜਾ ਕੇ ਸੁਣਾਏ ਤੂੰ ਵੀ ਸੁਣਦੀ ਹੈ ਸਾਡੀ ਆਵਾਜ਼ ਇਹ ਖੜਾ ਹੋ ਕੇ ਸੁਣਾ ਦੇ ਤੂੰ ਵੀ ਦੇਖੋ ਘਟਨਾਵਾਂ ਜ਼ਿਆਦਾ ਤੂੰ ਸੋਚ ਰਿਹਾ ਮੈਂ ਕਿਹੜੀ ਸੁਣਾਵਾਂ। ਮੈਂ ਡਿਊਟੀ ਕਰਦਾ ਹੁੰਦਾ ਸੀ ਨਾਲ ਉਦੋਂ ਇੱਦਾਂ ਮਾਹੌਲ ਬਣ ਗਿਆ ਕੱਟੂ ਵਾਲਾ ਤੇ ਮਤਲਬ ਜਿਹੜੇ ਜਿੱਦਾਂ ਕੋ ਘਰ ਦੇ ਘਰ ਹੈਗੇ ਤੇ ਮੈਂ ਆਪਣੇ ਘਰ ਤੇ ਕਿਹਾ ਕਿਸੇ ਨੂੰ ਹੈ ਨਹੀਂ ਆਉਣਾ ਤਾਂ ਘਰੇ ਰਹਿਣਾ ਤੇ ਸਾਰੇ ਆਪਣੇ ਆਪਣੇ ਘਰ ਹੈ ਕੋਈ ਨਹੀਂ ਜਾਵੇ ਡਿਊਟੀ ਤੇ ਮੇਰੀ ਡਿਊਟੀ ਲਾ ਦੀ ਚੌਕੀਦਾਰ ਦੀ ਤਿਆਰ ਇਹਨਾਂ ਦੀ ਮੈਂ ਨਾਲ ਲੈ ਕੇ ਮਾਲਕਾਂ ਦਾ ਮਾਲ ਮੇਰੇ ਨਾਲ ਹੈ ਮੇਰਾ ਜਾਣਾ ਹੀ ਜਾਣਾ ਮੈਂ ਨਹੀਂ ਰੁਕਣਾ ਮੈਂ ਲਗਾਤਾਰ ਜਾਂਦਾ ਰਿਹਾ ਮਾਲ ਲਗਾਤਾਰ ਜਾਂਦਾ ਰਿਹਾ ਤੇ ਮੈਂ ਹੋ ਗਿਆ ਰਾਤ ਨੂੰ ਮਾਲ ਦਾ ਨਾਮ ਮੇਰੇ ਨਾਲ ਤੇਰੇ ਵੱਲ ਮੈਂ ਪਤਾ ਨਹੀਂ ਸੀ ਤੇ ਮੈਂ ਨਾ ਘਟਨਾ ਬਹੁਤ ਜ਼ਿਆਦਾ ਹੋਈ ਤੇ ਪੰਜਾਂ ਚੋਰਾਂ ਨੇ ਪਲਾਨ ਬਣਾਇਆ ਇਹ ਨਾ ਕਿ ਇਹਨੂੰ ਮਾਰ ਕੇ ਤੇ ਅਸੀਂ ਚੋਰੀ ਕਰ ਕੋਈ ਨਹੀਂ ਆਣਾ ਚੱਕਰ ਨਹੀਂ ਇਹ ਬੜੀ ਪਲਾਟ ਹੁੰਦਾ ਹੀ ਪਤਾ ਨਹੀਂ ਸਮਾਨ ਪਿਆ ਇਹਦੇ ਪਲਾਨ ਬਣਾਈ ਕਿ ਇਹਨੂੰ ਮਾਰ ਕੇ ਆਪਾਂ ਕੋਈ ਸਮਾਨ ਕਿਹਦਾ ਕਰਨਾ ਇਹਨੂੰ
ਤੱਕ ਸਰੀਆ ਹੋਗਾ ਡਿਸਟਰਕਸ਼ਨ ਕਰਦੀ ਹੈ ਤੇ ਜਿਹੜਾ ਇਕੱਲਾ ਇਕੱਲਾ ਆ ਗਿਆ ਦੇਖੋ ਤੇ ਦੇਖੋ ਕਿ ਕਿੱਥੇ ਹੁੰਦਾ ਉਹ ਆਇਆ ਮੈਨੂੰ ਲੱਗਾ ਸਰੀਆ ਨੂੰ ਚੁੱਕਿਆ ਮਾਰੇ ਵਾਲੇ ਫੋਨ ਨੂੰ ਕੁੱਤੇ ਵਿੱਚ ਚੁੱਕਿਆ ਉੱਥੇ ਗਿਰ ਗਿਆ ਉਹਦੇ ਦੂਜਾ ਬਾਕੀ ਦੇ ਆ ਰਹੇ ਨੇ ਉਹ ਦੇਖੋ ਕਿ ਬੰਦਾ ਆਇਆ ਨਹੀਂ ਲੱਗਿਆ ਤੇ ਦੂਜਾ ਬੰਦਾ ਫਿਰ ਆਇਆ ਉਹਨੇ ਵੀ ਇੱਦਾਂ ਹੀ ਦੇਖਿਆ ਜੋ ਕਿ ਦੇਖਿਆ ਤਾਂ ਥੋੜੇ ਜਿਹੇ ਸਰੀਆ ਤੇ ਮਾਰਿਆ ਜੀ ਉਹ ਵੀ ਗਿਰ ਗਿਆ ਯਾਨੀ ਕਿ 5 ਆਏ ਤੇ 5 ਹੀ ਕਰ ਗਏ ਪੰਜੇ ਉੱਤੇ ਗਿਰ ਗਏ ਜੀ ਮੈਂ ਡਰ ਗਿਆ ਫਿਰ ਡਰਿਆ ਬਹੁਤ ਤੇ ਹੁਣ ਕੀ ਹੋਊਗਾ ਸਵੇਰ ਨੂੰ ਉੱਥੇ ਕੱਟ ਮਰ ਜਾਣਾ ਬੰਦੇ 5 ਮਰ ਗਏ ਜੀ 5 ਬੰਦੇ ਮਾਰਤੇ ਹਾਂਜੀ ਮਾਰਕਾ ਆ ਗਿਆ ਜੀ ਇਹ ਮਾਰਕਾ ਪਹੁੰਚ ਗਿਆ ਮਾਰ ਕਹਿੰਦੇ ਕੋਈ ਫਿਕਰ ਨਾ ਕਰ ਅਸੀਂ ਤੇਰੇ ਨਾਲ ਚੱਲਦੇ ਹਾਂ ਅਸੀਂ ਖੜ ਕੇ ਜਵਾਬ ਦੇਵਾਂਗੇ ਜੋ ਵੀ ਮੇਰਾ ਹੋਊਗਾ ਪਤਾ ਤੈਅ ਨਹੀਂ ਕਰੋ ਅਸੀਂ ਉੱਥੇ ਜਾਵਾਂਗੇ ਮੈਂ ਆ ਗਿਆ ਮਾਰਕਾ ਨੂੰ ਮਾਰਕਾ ਨੇ ਗੱਡੀ ਜਵਾਬ ਦੀ ਆਇਆ ਉੱਥੇ ਚੱਲ ਗਏ ਤਾਂ ਇਕੱਠੇ ਹੋ ਗਏ ਜੀ ਸਾਰੇ ਉਹ ਬੰਦੇ ਇਹਨਾਂ ਦੇ ਮਰੇ ਸੀਗੇ ਉਹ ਵੀ ਆ ਗਏ ਜਿਹੜਾ ਡਰ ਹੁੰਦਾ ਹੀ ਮਾਰਾ ਮੋਟਾ ਫੋਨ ਕਰਕੇ ਬੁਲਾ ਕੇ ਤੇ ਕਹਿਣ ਲੱਗੇ ਜੀ ਬੰਦੇ ਸਾਡੇ ਮਾਰ ਦਿੱਤੇ ਅਸੀਂ ਗੱਲਾਂ ਬਾਤਾਂ ਕਰਨ ਵੀ ਇੱਦਾਂ ਕਰਨੀ ਉੱਦਾਂ ਕਰਨਾ ਜੇਲ੍ਹ ਦੇਣਾ ਇਹਨੂੰ ਉਹ ਕਰਨਾ ਤੇ ਉਦੋਂ ਪੁਲਿਸ ਵੀ ਆ ਗਈ ਉਹ ਵੀ ਬਹਿ ਕੇ ਆ ਗਏ ਉਹਨੇ ਵੀ ਦੇਖਿਆ ਵੀ ਇਹ 5 ਬੰਦੇ ਮਾਰਤੇ ਨਹੀਂ ਕਰਦੇ ਨੇ ਤੇ ਹੈਰਾਨੀ ਵਾਲੀ ਗੱਲ ਹੈ ਪੁਲਿਸ ਵਾਲੇ ਵੀ ਹੈਰਾਨ ਹੋਏ ਤੇ ਮਾਲਕ ਕਹਿੰਦੇ ਵੀ ਇਹ ਦੇਖੋ ਵੀ ਇਹਦਾ ਤਾਂ ਨਹੀਂ ਕਸੂਰ ਇਹ ਕੋਈ ਘਰ ਥੋੜ੍ਹੀ ਗਿਆ ਕਿਸੇ ਨੇ ਇਹ ਕਾਹਦੇ ਲਈ ਆਏ ਇੱਥੇ ਕਿਉਂ ਆਏ ਇੱਥੇ ਇਹਦਾ ਮਤਲਬ ਇਹਨੂੰ ਮਾਰਨ ਵਾਸਤੇ ਆਏ ਤੇ ਕੋਈ ਸਮਾਨ ਚਰਾਵਾਂਗੇ ਜਾਂ ਲੱਖਾਂ ਰੁਪਈਆਂ ਦਾ ਤੇ ਗਲਤੀ ਕਿਹਦੀ ਗਲਤੀ ਇਹਨਾਂ ਦੀ ਹੈ ਜਿਹੜੇ ਆਏ ਬੰਦੇ ਨਹੀਂ ਇਹਦਾ ਦਾਲ ਲੱਗਾ ਇਹ ਨਹੀਂ ਮਾਰ ਪਾਏ ਉਹਦਾ ਦਾਲ ਲੱਗੇ ਮਾਰਤੇ ਇਹਦਾ ਤਾਂ ਹੈ ਨਹੀਂ ਕੋਈ ਯਾਨੀ ਕਿ ਮਾਲਕਾਂ ਨੇ ਜੋ ਤਾਂ ਕਹਿਤਾ ਵੀ ਤੁਸੀਂ ਜਿੱਥੇ ਵੀ ਜਾਣਾ ਚਾਹੋ ਤੇ ਜਿਹੜਾ ਕੇਸ ਆ ਉਹ ਇਹਦੇ ਹੱਕ 'ਚ ਚਾਹੇ ਕੇਸ ਕਰ ਲਓ ਚਾਹੇ ਜਿੱਥੇ ਮੈਂ ਜਾਂਦਾ ਇਹ ਨਾਲ ਮੈਨੂੰ ਕਹਿੰਦੇ ਉਹਨਾਂ ਨੇ ਇਸ਼ਾਰਾ ਕਰਤਾ ਸਾਰੇ ਤੇ ਤੁਸੀਂ ਇਹਦੇ ਨਾਲ ਨਹੀਂ ਗੱਲ ਕਰਨੀ ਮੇਰੇ ਨਾਲ ਗੱਲ ਕਰਨੀ ਉਹ ਕਹਿੰਦੇ ਮੇਰੇ ਨਾਲ ਗੱਲ ਕਰਨੀ ਸਾਡੇ ਨਾਲ ਗੱਲ ਕਰੋ ਜੋ ਵੀ ਕਰਨੀ ਹੈ ਤੇ ਇਹਦੇ ਨਾਲ ਗੱਲ ਹੀ ਕਰਨੀ ਹਾਂਜੀ ਉਹ ਸਾਰਾ ਫਾਇਦਾ ਮੇਰੇ ਨਾਲ ਤੁਸੀਂ ਆਪ ਮੈਨੂੰ ਬਰੀ ਕਰ ਉਹ ਸਾਰੇ ਜਿਹੜੇ ਮੈਨੂੰ 10,000 ਰੁਪਏ ਮੈਨੂੰ ਨਾਮ ਦਿੱਤਾ ਤੇ ਸ਼ਾਬਾਸ਼ ਦੇ ਪਹਿਲੀ ਵਾਰੀ 5 ਬੰਦੇ ਜਿਹੜੇ ਆ ਉਹ ਮਾਰ ਦਿੱਤੇ ਤੇ ਮਾਰ ਗਿਆ ਨਾ ਮਤਲਬ ਐਸੇ ਨਹੀਂ ਲੱਗਣ ਕੋਈ ਇੱਕ ਦੀ ਗੱਲ ਨਹੀਂ ਮੇਰੇ ਧਿਆਨ ਉੱਤੇ ਆਪ ਖੜੇ ਹੋ ਕੇ ਉਹਨਾਂ ਨੇ ਸਾਰੀ ਗੋਈਆਂ ਦਿੱਤੀਆਂ ਸਾਰਾ ਫੈਸਲਾ ਕੀਤਾ ਕੋਈ ਕਿੰਨੇ ਇਕੱਠੇ ਹੋ ਜਾਂਦੇ ਜਿੱਦਾਂ ਉਹਨੂੰ ਬੈਠੇ ਦੇ ਕਿ ਇਹ ਇੱਦਾਂ ਕਿੱਦਾਂ ਹੋਣੀ ਹੈ ਮਾਲਕ ਨੇ ਸਾਰੀ ਗੱਲ ਜਿਹੜੀ ਕਿ ਖੜੇ ਹੋ ਕੇ ਆਪ ਜਿਹੜੀ ਫਾਇਦਾ ਲਿਆ ਸਾਰੇ ਇਹ ਜਿੱਧਰ ਕੋਈ ਜਾਣਾ ਜਿੱਦਾਂ ਕਰਨੀ ਕਰ ਲਓ ਅਤੇ ਅਸੀਂ ਇਹਨੂੰ ਨਹੀਂ ਕਹਿਣਾ ਕੋਈ ਵੀ ਅਸੀਂ ਚਲਾਂਗੇ ਨਾਲ ਅਸੀਂ ਜਵਾਬ ਦੇਣਾ ਆਦੀ ਕੋਈ ਬਹੁਤ ਤਗੜੀ ਘਟਨਾ ਮਾਰੀ ਬਹੁਤ ਬੜੀ ਘਟਨਾ ਬਹੁਤ ਵੱਡੀ ਰਹਿਮਤ ਹੈ ਇੱਦਾਂ ਉਹਨੇ ਮਾਲਕ ਦੀ ਰਹਿਮਤ ਹੈ ਮੁਸ਼ਕਿਲ ਦੇ ਬੱਚਿਆਂ ਨੂੰ ਦੇਖ ਕੇ ਕੱਢਣ ਵਾਸਤੇ ਮੁਰਸ਼ਦ ਪਹੁੰਚ ਹੀ ਜਾਂਦਾ ਹੈ ਇਹਦਾ ਟਾਈਮ ਤੇ ਆਪਣੇ ਪਿੱਛੇ ਹੋ ਜਾਂਦੇ ਇੱਥੇ ਵੀ ਆ ਕੇ ਲੈ ਵੀ ਆਏ ਨਾਲ ਹੀ ਫਿਰ ਦੱਸਿਆ ਕਰ ਮਾਰਨੀ ਤਾਂ ਕਹਿੰਦੇ ਮਸਲੇ ਜਿਹੜਾ ਤੈਨੂੰ ਬਾਹਰ ਨਿਕਲਣਾ ਬਸ ਕਰਤਾ ਉਦੋਂ ਦੋ ਦੇ ਵਿਚਾਰ ਉਹਨਾਂ ਕੀਤੀ ਸੀ ਪਲਾਨ ਬਣਾਈ ਸੀਗੀ ਉਹ ਪਲਾਨ ਕਦੇ ਖਾ ਦਿੱਤੀ ਹੈ ਉਹ ਤੋਂ ਬਾਅਦ ਐਸ ਕਰ ਮੌਜਾ ਕਰ ਦੋ ਤੇ ਪਲਾਨ ਬਹੁਤ ਹੈ ਜੀ ਮਾਲਨੀ ਇੱਦਾਂ ਹੀ ਉਹਨਾਂ ਦੀਆਂ ਜਿਹੜੀਆਂ ਜਾਤਾਂ ਦਾ ਬਹੁਤ ਲੋਕ ਇਹਨਾਂ ਦੋਨਾਂ ਘਟਨਾਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜੀਵਨ 'ਚ ਜੇ ਮੁਸ਼ਕਿਲ ਆਵੇ ਪਰੇਸ਼ਾਨੀ ਆਵੇ ਤਾਂ ਕਦੀ ਬੰਦਾ ਡਰੇ ਨਾ ਘਬਰਾਵੇ ਨਾ ਬਲਕਿ ਉਹਦਾ ਸਾਹਮਣਾ ਕਰੇ क्योंकि हमेशा दसीदा ही है कि ज़िंदगी के हर मोड़ पर मुश्किलें तो खड़ी हैं मगर जीत उसकी होती है जिसकी सोच बड़ी है और सोच बड़ी भी उदों ही होंगी जो इंसान के पिछे किसी बड़ी ताकत का हथ हो क्योंकि बड़ी सोच वाला वही हो सकता है जिन्होंने कोई बड़ी सोच पिछों देने वाला बैठा हो इसलिए अगर जिंदगी 'ਚ देखा जाए तो जिंदगी के हर मोड़ के उपर असी संगत कि करते हैं संग कि करते हैं वह साढ़े जीवन से सब तो ज़्यादा प्रभाव होता है जो सानू पता है कि साडा मुर्शद कामिल है और असी कामिल मुर्शद की सोच 'ਚ रहने वाले हैं तो फिर इंसान किसी भी हालात तो डरता नहीं
ਕਿਸੇ ਵੀ ਹਾਲਾਤ ਦੀ ਪਰਵਾਹ ਨਹੀਂ ਕਰਦਾ। ਫਿਰ ਉਹਦੇ ਸਾਹਮਣੇ ਜਿੱਦਾਂ ਦੀ ਮਰਜ਼ੀ ਮੁਸੀਬਤਾਂ ਆ ਜਾਣ, ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਆ ਜਾਣ, ਉਹਨੂੰ ਪਤਾ ਹੈ ਕਿ ਮੈਂ ਜਿਹੜਾ ਬੱਚਾ ਹੈ ਨਾ, ਉਹ ਹਰ ਕਦਮ ਤੇ ਮੇਰੀ ਸੰਭਾਲ ਕਰਨ ਵਾਲਾ ਹੈ। ਔਰ ਫਿਰ ਇੱਕ ਬੰਦਾ ਸੋਚੇ ਕਿ ਜਦੋਂ ਇਕੱਲਾ ਬੰਦਾ ਹੁੰਦਾ ਹੈ ਤਾਂ ਇਦਾਂ ਦੀ ਘਟਨਾ ਹੁੰਦੀ ਹੈ, ਇਦਾਂ ਦੇ ਹਾਲਾਤ ਹੁੰਦੇ ਆ ਤਾਂ ਬੰਦਾ ਉੱਥੇ ਡਰ ਜਾਂਦਾ, ਘਬਰਾ ਜਾਂਦਾ। ਪਰ ਉੱਥੇ ਵੀ ਅੰਦਰ ਹੀ ਬੈਠਾ ਜਦੋਂ ਪ੍ਰਮਾਤਮਾ ਉਹ ਮਾਲਿਕ ਹਿੰਮਤ ਦਿੰਦਾ ਹੈ ਨਾ, ਤਾਂ ਫਿਰ ਹੀ ਇਨਸਾਨ ਆਪਣੀ ਵੀ ਰੱਖਿਆ ਕਰਦਾ ਹੈ। ਤਾਂ ਜਿਹੜੀਆਂ ਜ਼ਿੰਮੇਵਾਰੀਆਂ ਉਹਨੂੰ ਸੌਂਪੀਆਂ ਜਾਂਦੀਆਂ, ਜਿੱਦਾਂ ਦੱਸਦਾ ਕਿ ਉੱਥੇ ਕਰੋੜਾਂ ਦਾ ਸਮਾਨ ਸੀ, ਬਹੁਤ ਬੜਾ ਸਟੋਰ ਸੀ ਕੋਈ, ਜਿੱਥੇ ਉਹਨਾਂ ਦੇ ਪਾਵਰ ਹਾਊਸ, ਉੱਥੇ ਅਗਰ ਉਹਨਾਂ ਦਾ ਦਾਅ ਲੱਗਦਾ ਇਹਨੂੰ ਖਤਮ ਕਰਕੇ ਜਾਂ ਇਹਨੂੰ ਬੰਦੀ ਬਣਾ ਕੇ ਬਹੁਤ ਕੁਝ ਉੱਥੋਂ ਕਰੋੜਾਂ ਦਾ ਨੁਕਸਾਨ ਹੋਇਆ, ਕੱਲ੍ਹ ਨੂੰ ਇੱਥੇ ਸਾਰਾ ਐਕਸ਼ਨ ਇੱਥੇ ਆਉਣਾ ਸੀਗਾ। ਬੰਦਾ ਦੇਖ ਕੇ ਘਬਰਾ ਜਾਂਦਾ ਇੱਦਾਂ ਦੇ ਹਾਲਾਤਾਂ 'ਚ। ਪਰ ਇਹਨੂੰ ਪਤਾ ਸੀ ਕਿ ਸਾਡੇ ਪਿੱਛੇ ਤਾਕਤ ਕਿਹੜੀ ਕੰਮ ਕਰਦੀ, ਕਿਉਂਕਿ ਹਮੇਸ਼ਾ ਹੀ ਦੱਸੀਦਾ ਕੋਈ ਵੀ ਜੰਗ ਤਾਕਤ ਨਾਲ ਨਹੀਂ, ਹੌਸਲੇ ਨਾਲ ਜਿੱਤੀ ਜਾਂਦੀ ਹੈ। ਔਰ ਹੌਸਲਾ ਉਦੋਂ ਹੀ ਇਨਸਾਨ ਨੂੰ ਆਉਂਦਾ ਜਦੋਂ ਉਹਨੂੰ ਪਤਾ ਕਿ ਕੋਈ ਮੇਰੇ ਤੋਂ ਵੀ ਬੜੀ ਸ਼ਕਤੀ ਮੇਰੇ ਨਾਲ ਮੇਰੀ ਹਿਫਾਜ਼ਤ ਕਰਨ ਵਾਲੀ। ਇਸ ਲਈ ਆਪਣਾ ਕਨੈਕਸ਼ਨ ਹਮੇਸ਼ਾ ਆਪਣੇ ਮਾਲਿਕ ਨਾਲ ਜੋੜ ਕੇ ਰੱਖੀਏ, ਉਹਦਾ ਹੀ ਸਾਨੂੰ ਇੱਥੇ ਵੀ ਲਾਭ ਮਿਲਦਾ ਹੈ ਤਾਂ ਉੱਥੇ ਵੀ ਲਾਭ ਮਿਲਦਾ ਹੈ। ਕਈ ਵਾਰ ਜਿੱਦਾਂ ਦਰਸ਼ਨ ਨੇ ਦੱਸਿਆ ਕਿ ਇੰਨਾ ਗਾਰਾ ਸੀ, ਇੰਨਾ ਚਿੱਕੜ ਸੀ ਕਮਰ ਤੱਕ, ਵੀ ਉੱਥੋਂ ਦੀ ਕੋਈ ਵੀ ਗੱਡੀ ਲੰਘਦੀ ਨਹੀਂ ਸੀ, ਕੋਈ ਮੋਟਰਸਾਈਕਲ ਨਹੀਂ ਲੰਘਦਾ ਸੀ। ਤਾਂ ਮਾਲਕਾਂ ਦਾ ਸਤਸੰਗ ਸੀ ਤਾਂ ਪਿੰਡ ਵਾਲੇ ਕਹਿੰਦੇ ਜਾਣਾ ਕਿੱਥੋਂ ਦੀ, ਮਾਲਕਾਂ ਦਾ ਸਰਪੰਚ ਨੇ ਵੀ ਕਿਹਾ ਲੰਘਣੀ ਕਿੱਦਾਂ ਗੱਡੀ ਉਹਨਾਂ ਦੀ, ਜਾਂ ਤਾਂ ਗੱਡੀ ਖੜੀ ਕਰਾਓ ਤਾਂ ਉਹਨੂੰ ਕਿਸੇ ਦੇ ਘਰ ਦੇ ਵਿੱਚ ਦੀ ਲੈ ਜਾਓ ਪੈਦਲ। ਅਰੇ ਆਪ ਦੱਸਦੇ ਕਿ ਤਿੰਨੇ ਭਰਾ ਖੜੇ ਸੀ ਅਸੀਂ, ਗੁਰਮੀਤ ਤੇ ਛੋਟੂ ਦਾ ਇਹ। ਤਾਂ ਮਾਲਕਾਂ ਦੀ ਗੱਡੀ ਆਈ ਤਾਂ ਮਾਲਕਾਂ ਨੇ ਪੁੱਛਿਆ ਕੋਈ ਪ੍ਰੋਬਲਮ, ਕੋਈ ਪਰੇਸ਼ਾਨੀ ਤਾਂ ਨਹੀਂ? ਤੇ ਕਹਿੰਦੇ ਮਾਲਕੋ ਤੁਹਾਡੇ ਅੰਦਰ ਕੋਈ ਪਰੇਸ਼ਾਨੀ? ਕਹਿੰਦੇ ਚਲੋ ਫਿਰ। ਉਹਦੇ ਵੀ ਇੱਕ ਇਸ਼ਾਰਾ ਹੈ ਕਿ ਜਿਹੜੇ ਰਸਤੇ ਸਾਰੀ ਦੁਨੀਆ ਵਾਸਤੇ ਬੰਦ ਹੁੰਦੇ ਆ ਨਾ, ਉਹ ਮੁਰਸ਼ਿਦ ਵਾਸਤੇ ਜਾਂ ਮੁਰਸ਼ਿਦ ਵਾਲਿਆਂ ਵਾਸਤੇ ਉਹ ਰਸਤੇ ਹਮੇਸ਼ਾ ਖੁੱਲ੍ਹੇ ਰਹਿੰਦੇ। ਜਿੱਥੇ ਦੁਨੀਆ ਕਹਿੰਦੀ ਹੈ ਕਿ ਇੱਥੋਂ ਮੇਰੀ ਗੱਡੀ ਨਹੀਂ ਲੰਘ ਸਕਦੀ, ਇਹ ਗੱਡੀ ਜੀਵਨ ਦੀ ਵੀ ਗੱਡੀ ਸਮਝ ਲਓ। ਸਾਡੇ ਇਹ ਜੀਵਨ ਦੀ ਵੀ, ਕਿਉਂਕਿ ਜ਼ਿੰਦਗੀ ਵੀ ਇੱਕ ਸਫ਼ਰ ਹੀ ਹੈ। ਅਸੀਂ ਤਾਂ ਕਹਿੰਦੇ ਜੀਵਨ ਵੀ ਇੱਕ ਗਾੜੀ ਦੀ ਤਰ੍ਹਾਂ ਚੱਲ ਰਿਹਾ ਹੈ। ਔਰ ਉਹ ਇਨਸਾਨ ਹੀ ਆਪਣੀ ਮੰਜ਼ਿਲ 'ਤੇ ਸਹੀ ਸਲਾਮਤ ਪਹੁੰਚਦਾ ਜਿਹਨੂੰ ਪਤਾ ਹੈ ਕਿ ਮੇਰੀ ਗੱਡੀ ਚਲਾਉਣ ਵਾਲਾ ਮੇਰਾ ਡਰਾਈਵਰ ਬੜਾ ਕਾਮਿਲ ਹੈ। ਕਿਉਂਕਿ ਜਦੋਂ ਡਰਾਈਵਰ ਅੱਛਾ ਹੋਵੇ, ਜਿਹਦੇ ਹੱਥ ਸਟੀਅਰਿੰਗ ਹੁੰਦਾ ਹੈ, ਤਾਂ ਫਿਰ ਉਹ ਹਰ ਤਰ੍ਹਾਂ ਦੇ ਰਸਤੇ 'ਚੋਂ, ਹਰ ਤਰ੍ਹਾਂ ਦੀ ਮੁਸ਼ਕਿਲ 'ਚੋਂ, ਹਰ ਤਰ੍ਹਾਂ ਦੇ ਮੋੜ 'ਚੋਂ ਸਹੀ ਸਲਾਮਤ ਉਹ ਗੱਡੀ ਨੂੰ ਗੁਜ਼ਾਰ ਕੇ ਮੰਜ਼ਿਲ ਤੱਕ ਲੈ ਜਾਂਦਾ। ਇਸੇ ਤਰ੍ਹਾਂ ਅਗਰ ਆਪਣੇ ਜੀਵਨ ਦੀ ਬਾਗਡੋਰ ਵੀ ਅਸੀਂ ਆਪਣੇ ਮੁਰਸ਼ਿਦ ਦੇ ਹੱਥ ਦੇ ਦਈਏ ਤਾਂ ਫਿਰ ਸਾਨੂੰ ਮੁਸ਼ਕਿਲਾਂ ਦੀ ਜਾਂ ਰਸਤੇ 'ਚ ਆਉਣ ਵਾਲੇ ਹਾਲਾਤਾਂ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਫਿਰ ਸਾਡੇ ਜੀਵਨ 'ਚੋਂ ਖੁਸ਼ੀਆਂ, ਉਹ ਕਾਮਯਾਬੀ, ਉਹ ਸਫਲਤਾ ਆਉਂਦੀ ਚਲੀ ਜਾਂਦੀ ਹੈ, ਜਿੱਥੇ ਲੋਕ ਵੀ ਹੈਰਾਨ ਆ ਕਿ ਇੱਥੇ ਰਸਤਾ ਹੈ ਨਹੀਂ, ਇਹ ਕੰਮ ਨਹੀਂ ਹੋ ਸਕਦਾ। ਤਾਂ ਜਿਹੜੇ ਮੁਰਸ਼ਿਦ ਵਾਲੇ ਹੈ ਉਹ ਕਹਿੰਦੇ ਤੁਸੀਂ ਨਹੀਂ ਕਰ ਸਕਦੇ ਜਾਂ ਤੁਹਾਡੇ ਤੋਂ ਨਹੀਂ ਹੋ ਸਕਦਾ, ਪਰ ਅਸੀਂ ਕਰਕੇ ਦਿਖਾਵਾਂਗੇ। ਅਸੀਂ ਦੱਸੀਦਾ ਕਿ ਜਿੱਥੇ ਦੁਨੀਆ ਕਹਿੰਦੀ ਆਈ ਕਾਂਟ, ਉੱਥੇ ਮੁਰਸ਼ਿਦ ਵਾਲਾ ਕਹਿੰਦਾ ਆਈ ਕੈਨ, ਮੈਂ ਕਰ ਸਕਦਾ ਹਾਂ। ਔਰ ਉਹ ਕਿਹਦੇ ਭਰੋਸੇ ਕਹਿੰਦਾ ਹੈ? ਆਪਣੇ ਮਾਲਿਕ ਦੇ ਭਰੋਸੇ। ਇਸ ਲਈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣ ਵਾਲੇ ਸੰਸਾਰ ਨਾਲੋਂ ਡਿਫਰੈਂਟ ਹੁੰਦੇ ਆ, ਅਲੱਗ ਹੁੰਦੇ। ਕਿਉਂਕਿ ਜਿੱਥੇ ਸਾਰੇ ਕਹਿੰਦੇ ਕਿ ਮੈਂ ਚੱਲ ਰਿਹਾ ਆਪਣੇ ਪੈਰਾਂ ਨਾਲ, ਕਿਸੇ ਨੂੰ ਪੁੱਛੋ ਕਿੱਦਾਂ ਚੱਲ ਰਿਹਾ ਹੈ, ਕਹਿੰਦਾ ਮੇਰੇ ਪੈਰਾਂ 'ਚ ਸ਼ਕਤੀ ਹੈ ਜਾਂ ਮੈਂ ਆਪਣੀ ਤਾਕਤ ਨਾਲ ਚੱਲ ਰਿਹਾ। ਜਿਹੜੇ ਮੁਰਸ਼ਿਦ ਵਾਲੇ ਹੁੰਦੇ ਉਹ ਕਹਿੰਦੇ ਕਿ ਅਸੀਂ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਚੱਲ ਰਹੇ ਹਾਂ, ਉਹਦੀ ਰਹਿਮਤ ਨਾਲ ਚੱਲ ਰਹੇ ਹਾਂ। ਕਈਆਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦਾ ਭਾਈ ਮੈਨੂੰ ਤਾਂ ਬੱਚਿਆਂ ਦਾ ਸਹਾਰਾ ਹੈ, ਇਹਨਾਂ ਦੇ ਸਹਾਰੇ ਚੱਲ ਰਹੀ ਜ਼ਿੰਦਗੀ। ਮੈਨੂੰ ਤਾਂ ਪਤਨੀ ਨੂੰ ਪੁੱਛ ਲਓ, ਮੈਨੂੰ ਤਾਂ ਪਤੀ ਦਾ ਸਹਾਰਾ ਹੈ, ਪਤੀ ਨੂੰ ਪੁੱਛ ਲਓ ਮੈਨੂੰ ਆ ਫਲਾਣੇ ਦਾ ਸਹਾਰਾ ਹੈ। ਬੰਦਾ ਜਿਹਨਾਂ ਨੂੰ ਸਹਾਰੇ ਮੰਨਦਾ ਨਾ, ਇਹ ਭੁੱਲ ਜਾਂਦਾ ਕਿ ਜਿਹਨਾਂ ਨੂੰ ਤੁਸੀਂ ਆਪਣਾ ਸਹਾਰਾ ਮੰਨਦੇ ਹੋ ਉਹ ਆਪ ਬੇਸਹਾਰਾ ਹੈ। ਅਗਰ ਸਹਾਰਾ ਬਣਾਉਣਾ ਤਾਂ ਉਸ ਨੂੰ ਬਣਾਓ ਜਿਹੜਾ ਕਦੀ ਗਿਰਦਾ ਨਹੀਂ, ਜਿਹੜਾ ਕਦੀ ਟੁੱਟਦਾ ਨਹੀਂ, ਜਿਹੜਾ ਕਦੀ ਛੱਡਦਾ ਨਹੀਂ। ਕਿਉਂਕਿ ਸਹਾਰਾ ਕਿਸ ਚੀਜ਼ ਨੂੰ ਬਣਾਇਆ ਜਾਂਦਾ ਹੈ? ਬੰਦਾ ਕਹਿੰਦਾ ਇਹ ਉਹ ਸਹਾਰਾ ਹੈ ਜਿਹੜਾ ਨਾ ਆਪ ਗਿਰਦਾ ਤਾਂ ਨਾ ਇਸਨੇ ਮੈਨੂੰ ਗਿਰਨ ਦੇਣਾ। ਇਸ ਤਰ੍ਹਾਂ
ਅਸੀਂ ਕਈ ਵਾਰ ਦੱਸਿਆ ਹੈ ਕਿ ਰਿਸ਼ਤੇ ਵੀ ਉਦੋਂ ਤੱਕ ਹੀ ਰਿਸ਼ਤੇ ਹੁੰਦੇ ਹੈ ਜਦੋਂ ਤੱਕ, ਯਾਨੀ ਇਹ ਗੱਲ ਸੁਣਨ ਨੂੰ ਜ਼ਰੂਰ ਕੜਵੀ ਲੱਗਦੀ ਹੈ ਪਰ ਸੱਚਾਈ ਹੈ, ਕਿਉਂਕਿ ਰਿਸ਼ਤੇ ਵੀ ਉਦੋਂ ਤੱਕ ਰਿਸ਼ਤੇ ਹੁੰਦੇ ਜਦ ਤੱਕ ਇਨਸਾਨ ਨੂੰ ਉਹ ਮਿਲ ਰਿਹਾ ਜੋ ਤੋਂ ਚਾਹੀਦਾ ਹੈ। ਜਦੋਂ ਮਿਲਣਾ ਬੰਦ ਹੋ ਜਾਵੇ ਤਾਂ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ, ਕਿ ਉਹ ਰਿਸ਼ਤਾ ਤੁਹਾਡੇ ਨਾਲ ਨਹੀਂ ਹੈ, ਉਹ ਰਿਸ਼ਤਾ ਆਪਣੀਆਂ ਜ਼ਰੂਰਤਾਂ ਨਾਲ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਜਿਹਨਾਂ ਨੂੰ ਤੁਸੀਂ ਕਹਿੰਦੇ ਨਾ ਮੇਰਾ ਰਿਸ਼ਤੇਦਾਰ, ਤੁਸੀਂ ਉਹਦੀ ਵਧੀਆ ਢੰਗ ਨਾਲ ਜ਼ਰੂਰਤ ਪੂਰੀ ਕਰੋ, ਉਹ ਰਿਸ਼ਤਾ ਕਾਇਮ ਰੱਖੇਗਾ। ਪਰ ਤੁਸੀਂ ਉਹਦੀ ਜ਼ਰੂਰਤ ਪੂਰੀ ਕਰਨਾ ਬੰਦ ਕਰ ਦਿਓ, ਉਹ ਰਿਸ਼ਤਾ ਖਤਮ ਹੋ ਜਾਏਗਾ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੱਚਾ ਸਵੇਰੇ ਉੱਠ ਕੇ ਆਪਣੇ ਬਾਪ ਦੇ ਮਾਂ ਦੇ ਪੈਰਾਂ ਨੂੰ ਹੱਥ ਲਾਵੇ, ਉਹਨਾਂ ਦਾ ਹਰ ਕਹਿਣਾ ਮੰਨੇ, ਉਹਨਾਂ ਦੀ ਹਰ ਜੋ ਭਾਵਨਾ ਪੂਰੀ ਕਰੇ, ਯਾਨੀ ਜੋ ਮਾਂ ਬਾਪ ਦੀ ਜ਼ਰੂਰਤ ਹੈ ਪੂਰੀ ਹੋਵੇ, ਸਾਡਾ ਬੇਟਾ ਬੜਾ ਲਾਇਕ ਹੈ, ਇਹ ਤਾਂ ਹੀਰਾ ਹੈ, ਹੀਰਾ। ਤਾਂ ਜੇ ਮਾਤਾ ਪਿਤਾ ਦੀ ਸੇਵਾ ਨਾ ਕਰੇ, ਮਾਤਾ ਪਿਤਾ ਦੀ ਇੱਛਾਵਾਂ ਨੂੰ ਪੂਰੀਆਂ ਨਾ ਕਰੇ, ਇਹ ਨਲਾਇਕ ਹੈ। ਇਹਦਾ ਬੇਦਖਲ ਕਰ ਦੇਣਾ ਚਾਹੀਦਾ ਹੈ। ਯਾਨੀ ਅਗਰ ਗੌਰ ਨਾਲ ਅਸੀਂ ਦੇਖਿਆ ਜਾਵੇ ਤਾਂ ਇੱਥੇ ਸਿਰਫ ਬੇਟੇ ਦੀ ਗੱਲ ਨਹੀਂ, ਤਾਂ ਮਿਸਾਲ ਦਿੱਤੀ ਇੱਕ ਅਸੀਂ। ਕੋਈ ਵੀ ਰਿਸ਼ਤਾ ਲੈ ਲਓ, ਪਤਨੀ ਦਾ, ਪਤੀ ਦਾ, ਬਾਪ ਦਾ, ਬੇਟੇ ਦਾ, ਧੀਆਂ ਦਾ, ਇੱਥੇ ਤੱਕ ਕਿ ਮਾਮੇ ਚਾਚੇ, ਇਹ ਜਿੰਨੇ ਵੀ ਰਿਸ਼ਤੇ ਆ ਨਾ, ਹਰੇਕ ਨੂੰ ਮਤਲਬ ਸਿਰਫ ਆਪਣੇ ਨਾਲ ਹੀ ਹੈ। ਇਹ ਦੂਸਰਾ ਮੇਰੀ ਜ਼ਰੂਰਤ ਨੂੰ ਪੂਰਾ ਕਰ ਰਿਹਾ ਹੈ ਤਾਂ ਉਹ ਰਿਸ਼ਤਾ ਹੈ। ਅਗਰ ਮੇਰੀ ਜ਼ਰੂਰਤ ਜੋ ਮੈਂ ਉਹ ਤੋਂ ਐਕਸੈਪਟ ਕਰਦਾ ਉਹ ਨਹੀਂ ਹੁੰਦੀ ਪੂਰੀ, ਤਾਂ ਕੋਈ ਰਿਸ਼ਤਾ ਨਹੀਂ। ਇਸ ਲਈ ਇੱਕ ਪਰਮਾਤਮਾ ਹੀ ਹੈ, ਇੱਕ ਉਹ ਮਾਲਕ ਹੀ ਹੈ। ਯਾਰ ਰੱਬ ਦੇ ਪਿਆਰੇ ਫਕੀਰ ਗੁਰੂ ਰਹਿਬਰ ਹੀ ਹੈ ਜੋ ਸਾਨੂੰ ਬਿਨਾਂ ਮਤਲਬ ਤੋਂ, ਬਿਨਾਂ ਜ਼ਰੂਰਤ ਤੋਂ ਪਿਆਰ ਕਰਦੇ। ਅਸੀਂ ਚਾਹੁੰਦੇ ਤੁਹਾਡਾ ਵੀ ਪ੍ਰੇਮ, ਤਾਂ ਹੀ ਤਾਂ ਅਸੀਂ ਗੁਰੂ ਪੂਜਾ ਵਾਲੇ ਦਿਨ ਵੀ ਇੱਕ ਸਤਸੰਗ 'ਚ ਦੱਸਿਆ ਸੀਗਾ, ਇੱਕ ਲਫ਼ਜ਼ ਦੱਸਿਆ ਸੀ ਕਿ ਹਜ਼ੂਰ ਗੌਸ ਪੀਰਾਂ ਨੇ ਪੀਰ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਇਖਲਾਸ ਸਿਖਾਓ। ਇਖਲਾਸ ਦਾ ਮਤਲਬ ਹੁੰਦਾ ਕਿ ਸਭ ਨਾਲ ਪ੍ਰੇਮ ਕਰੋ, ਪਰ ਤੁਹਾਡਾ ਕੋਈ ਆਪਣਾ ਸਵਾਰਥ ਨਹੀਂ ਹੋਣਾ ਚਾਹੀਦਾ। ਨਿਸ਼ਕਪਟ ਪ੍ਰੇਮ, ਜਿਹਨੂੰ ਕਹਿੰਦੇ ਮੇਰੀ ਕੋਈ ਭਾਵਨਾ ਨਹੀਂ ਹੈ ਪਰ ਫਿਰ ਵੀ ਮੈਂ ਪ੍ਰੇਮ ਕਰਦਾ। ਪਰ ਇਨਸਾਨ ਦਾ ਜਿਹੜਾ ਪ੍ਰੇਮ ਹੈ, ਹੁਣ ਤੁਸੀਂ ਕਿਹਨੂੰ ਪ੍ਰੇਮ ਕਰੋਗੇ? ਜਿਹੜਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇ, ਉਹਨੂੰ ਤੁਸੀਂ ਪ੍ਰੇਮ ਕਰਨਾ ਹੈ। ਤਾਂ ਜਿਹੜਾ ਤੁਹਾਨੂੰ ਤਕਲੀਫ ਦੇਵੇ ਉਹਨੂੰ ਤੁਸੀਂ ਪ੍ਰੇਮ ਨਹੀਂ ਕਰਨਾ। ਉਹ ਕਹਿੰਦਾ ਮੇਰਾ ਦੁਸ਼ਮਣ ਹੈ, ਮੈਨੂੰ ਤਕਲੀਫ ਦੇ ਰਿਹਾ। ਇਹ ਸਮਝਣਾ ਜ਼ਰਾ। ਨਿਸ਼ਕਪਟ ਪ੍ਰੇਮ ਦਾ ਮਤਲਬ ਹੁੰਦਾ ਕਿ ਇਹਦੇ ਕੋਲੋਂ ਮੈਨੂੰ ਜੋ ਮਰਜ਼ੀ ਮਿਲੇ ਪਰ ਮੈਂ ਇਹਦੇ ਨਾਲ ਨਫ਼ਰਤ ਨਹੀਂ ਕਰਨੀ। ਮੈਂ ਇਹਦੇ ਨਾਲ ਇਹਨੂੰ ਬੁਰਾ ਨਹੀਂ ਸਮਝਣਾ, ਇਹਨੂੰ ਬੁਰਾ ਨਹੀਂ ਕਹਿਣਾ ਮੈਂ ਕਿ ਬੁਰਾ ਹੈ, ਇਹ ਮਾੜਾ ਹੈ। ਕਿਉਂਕਿ ਚੰਗਾ ਜਾਂ ਮਾੜਾ, ਅੱਛਾ ਦੁਨੀਆ ਦੇ ਚੰਗਾ ਕੌਣ ਹੈ, ਮਾੜਾ ਕੌਣ ਹੈ? ਚੰਗਾ ਮਾੜਾ ਇਨਸਾਨ ਨਹੀਂ ਹੁੰਦਾ। ਚੰਗਾ ਮਾੜਾ ਕੌਣ ਹੈ? ਜਿਹੜਾ ਸਾਡੀ ਇੱਛਾਵਾਂ ਪੂਰੀਆਂ ਕਰ ਦੇਵੇ ਚੰਗਾ, ਜਿਹੜਾ ਨਹੀਂ ਪੂਰੀਆਂ ਕਰੇ ਉਹ ਮਾੜਾ। ਯਾਨੀ ਉੱਥੇ ਵੀ ਸਾਡੀ ਇੱਛਾ ਦੀ ਗੱਲ ਹੈ। ਉਹ ਬੰਦੇ ਨੂੰ ਤਾਂ ਐਵੇਂ ਵਿਚਾਰੇ ਨੂੰ ਬੈਠੇ ਬਿਠਾਏ ਨੂੰ ਅਸੀਂ ਚੰਗਾ ਹੀ ਬਣਾ ਦਿੰਦੇ ਆ, ਮਾੜਾ ਹੀ ਬਣਾ ਦਿੰਦੇ। ਇਸ ਲਈ ਤੁਸੀਂ ਅਗਰ ਧਿਆਨ ਨਾਲ ਦੇਖੋਗੇ ਤਾਂ ਹਰ ਪਾਸੇ ਬੰਦਾ ਕਿਤੇ ਨਾ ਕਿਤੇ ਆਪਣਾ ਸੁੱਖ ਹੀ ਲੱਭ ਰਿਹਾ ਹੈ। ਪਤਨੀ ਦੇ ਵਿੱਚੋਂ ਵੀ, ਪਤੀ ਦੇ ਵਿੱਚੋਂ ਵੀ, ਯਾਰਾਂ ਦੋਸਤਾਂ ਵਿੱਚੋਂ ਵੀ, ਔਲਾਦ ਵਿੱਚੋਂ ਵੀ, ਹਰ ਸ਼ੈ 'ਚੋਂ ਬੰਦਾ ਆਪਣਾ ਹੀ ਸੁੱਖ ਲੱਭ ਰਿਹਾ। ਜਿਹੜੀ ਚੀਜ਼ ਮੈਨੂੰ ਸੁੱਖ ਦੇਵੇ ਉਹ ਠੀਕ ਹੈ, ਜਿਹੜੀ ਚੀਜ਼ ਮੈਨੂੰ ਦੁੱਖ ਦੇਵੇ ਸਮਝ ਲਿਓ। ਇਹ ਹਾਲਾਤ ਹੁੰਦੇ ਹੀ ਹੈ ਨਾ ਕਿ ਜੁੱਤੀ ਪੈਰੀ ਆਰਾਮ ਦੇ ਰਹੀ ਹੈ ਤਾਂ ਬਹੁਤ ਵਧੀਆ, ਤਾਂ ਜੁੱਤੀ ਚੁਭਣੀ ਸ਼ੁਰੂ ਹੋ ਗਈ ਤਾਂ ਲਾ ਕੇ ਸੁੱਟ ਦਿਓ, ਕਿਉਂਕਿ ਤਕਲੀਫ ਦੇ ਰਹੀ ਹੈ। ਇਹ ਉਦਾਹਰਨ ਦੇ ਰਹੇ ਹਾਂ। ਕਿਉਂਕਿ ਇਨਸਾਨ ਜਦੋਂ ਨਿਸ਼ਕਪਟ ਪ੍ਰੇਮ ਕਰਨਾ ਸਿੱਖ ਜਾਵੇ ਤਾਂ ਪ੍ਰੇਮ ਦੀ ਸਰਵੋਤਮ ਮੰਜ਼ਿਲ ਨੂੰ ਪਹੁੰਚ ਜਾਂਦਾ ਹੈ। ਉਹ ਉਸ ਪ੍ਰੇਮ ਦੀ ਅਵਸਥਾ ਨੂੰ ਪਹੁੰਚ ਜਾਂਦਾ ਜਿਹਨੂੰ ਪਰਮਾਤਮਾ ਦਾ ਪ੍ਰੇਮ ਕਿਹਾ ਜਾਂਦਾ ਹੈ। ਆਉਣਾ ਪਿੱਛੇ ਉਹ ਕਈਆਂ ਨੂੰ ਆਦਤ ਹੁੰਦੀ ਕਿ ਹੁਣ ਇਸ ਹਿਸਾਬ ਨਾਲ ਕਰਨਾ ਕਿ ਸਾਰੇ ਮਹੱਲੇ ਨੂੰ ਪਤਾ ਲੱਗ ਜਾਵੇ ਕੀ ਗੱਲ ਹੋ ਰਹੀ ਹੈ। ਤਾਂ ਕਈ ਇੱਦਾਂ ਬੋਲਦੇ ਵਿਸ਼ਨੂੰ ਵਰਗੇ ਕੋਲ ਬੈਠੇ ਵੀ ਨਾ ਪਤਾ ਲੱਗੇ ਗੱਲ ਕੀ ਚੱਲ ਰਹੀ ਹੈ। ਪਿਆਰ ਨਾਲ ਹੌਲੀ ਹੌਲੀ ਗੱਲ ਕਰ। ਉਹ ਜਦੋਂ ਆਪਣੇ ਬਾਰੇ ਇਹੀ ਵਿਚਾਰ ਕਰਦੇ ਹੁੰਦੇ ਆ, ਕੋਈ ਕਹਿੰਦੇ ਮਾਲਕੋ ਤੁਹਾਨੂੰ ਬੁਰਾ ਕਹਿ ਰਿਹਾ ਹੈ, ਮਾਲਕੋ ਬੁਰਾ ਕਰ ਰਿਹਾ ਹੈ, ਮਾਲਕੋ ਇੱਦਾਂ ਕਰ ਰਿਹਾ, ਉਹ ਕੰਮ ਕਰ ਰਿਹਾ, ਦਰਬਾਰ ਦਾ ਨੁਕਸਾਨ ਹੋ ਰਿਹਾ, ਉਹ ਦਰਬਾਰ ਦੀ ਚੀਜ਼ ਇੱਧਰ ਤੋਂ ਉੱਧਰ ਕਰ ਰਿਹਾ ਹੈ। ਇਹ ਫਿਰ ਇਹ ਪਿਆਰ ਹੈ ਸਾਨੂੰ ਕਿ ਸਾਨੂੰ ਕਿਸੇ ਸਵਾਰਥ ਨਾਲ ਤਾਂ ਪ੍ਰੇਮ ਕਰਦੇ ਨਹੀਂ ਅਸੀਂ ਕਿਸੇ ਨੂੰ। ਤਾਂ ਪਿਆਰ ਹੈ ਤਾਂ ਪਿਆਰ ਹੈ, ਫਿਕਰ ਹੈ ਤਾਂ ਫਿਕਰ ਹੈ। ਠੀਕ ਹੈ, ਕਿਉਂਕਿ ਅਸੀਂ ਕਦੀ ਹਮੇਸ਼ਾ ਇੱਕ ਗੱਲ ਦੱਸੀ ਦੀ ਹੈ ਕਿ ਜਿਹੜਾ ਇਨਸਾਨ ਆਪ ਹੋਵੇ ਉੱਦਾਂ ਦਾ, ਉਹੀ ਦੂਜਿਆਂ ਨੂੰ ਵੀ ਉੱਦਾਂ ਦਾ ਬਣਨ 'ਤੇ
ਸਿੱਖਿਆ ਦੇ ਸਕਦਾ ਹੈ ਜਾਂ ਕੋਸ਼ਿਸ਼ ਕਰ ਸਕਦਾ ਹੈ। ਜੇ ਆਪ ਹੀ ਬੰਦਾ ਗੰਦਗੀ ਨਾਲ ਲਿਬੜਿਆ ਹੋਵੇ ਤਾਂ ਦੂਜੇ ਨੂੰ ਸਾਫ਼ ਕਦੀ ਉਹ ਕਰ ਹੀ ਨਹੀਂ ਸਕਦਾ, ਫਿਰ ਤਾਂ ਦੂਜੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ ਤੇ ਉਹਨੂੰ ਵੀ ਗੰਦਾ ਕਰ ਦੇਗਾ। ਅਮੀਰ ਹੋ ਨਹੀਂ, ਇਸ ਲਈ ਇਖਲਾਸ ਪੈਦਾ ਕਰੋ ਆਪਣੇ ਅੰਦਰ ਕਿ ਅਸੀਂ ਕਿਸੇ ਤੋਂ ਕੋਈ ਆਸ ਨਾ ਰੱਖੀਏ, ਠੀਕ ਹੈ। ਕਿਸੇ ਤੋਂ ਕੋਈ ਉਹ ਰੱਖ ਕੇ ਨਾ ਪ੍ਰੇਮ ਕਰੀਏ, ਉਹ ਰੱਖ ਕੇ ਨਾ ਕਰੀਏ ਕਿ ਮੈਂ ਇਹਦੀ ਖਾਤਰ ਕਰ ਰਿਹਾ ਤੇ ਮੈਨੂੰ ਅੱਜ ਕੱਲ੍ਹ ਹਰ ਕੋਈ ਇੱਦਾਂ ਜਤਾ ਦਿੰਦਾ ਹੈ। ਕਈ ਮਾਵਾਂ ਨੂੰ ਅਸੀਂ ਦੇਖਿਆ, ਮੈਂ 2 ਮਹੀਨੇ ਢਿੱਡ 'ਚ ਰੱਖਿਆ ਹੈ, ਇਹਨੂੰ ਕਦੋਂ ਬੁਲਾਇਆ, ਆਪਣਾ ਸਾਡੀ ਸੇਵਾ ਨਹੀਂ ਕਰਦਾ। ਭਾਈ ਐਗਰੀਮੈਂਟ ਸਾਈਨ ਕਰ ਲੈਣਾ ਸੀ ਪਹਿਲੇ ਕਿ ਤੈਨੂੰ 9 ਮਹੀਨੇ ਆਪਣੇ ਕੋਲ ਕਿਰਾਏ 'ਤੇ ਰੱਖ ਰਹੀ ਹਾਂ ਮੈਂ, ਜਾਂ ਦੁੱਧ ਬੁਲਾਉਣਾ ਤੈਨੂੰ ਤਾਂ ਤੈਨੂੰ ਮੇਰੀ ਸੇਵਾ ਕਰਨੀ, ਐਗਰੀਮੈਂਟ ਸਾਈਨ ਕੀਤਾ। ਸਾਡਾ ਕਰਮ ਐਸਾ ਹੋਣਾ ਚਾਹੀਦਾ ਹੈ, ਸਾਡੀ ਸੋਚ ਐਸੀ ਹੋਣੀ ਚਾਹੀਦੀ ਕਿ ਮੈਂ ਕਰ ਰਿਹਾ ਕਿਉਂਕਿ ਮੈਂ ਮਾਲਿਕ ਦੇ ਬੁਲਾਏ ਹਰ ਇਨਸਾਨ ਨਾਲ ਪਿਆਰ ਕਰਦਾ, ਮੈਂ ਸਭ ਦਾ ਭਲਾ ਕਰਨਾ। ਅੱਗੇ ਉਹ ਦੂਜਾ ਕਰੇ ਨਾ ਕਰੇ, ਮੈਂ ਤੋਂ ਕੋਈ ਬਦਲਾ ਨਹੀਂ ਕਰਦਾ, ਬਦਲਾ ਮੇਰਾ ਦੇਣ ਵਾਲਾ ਉਹ ਮਾਲਿਕ ਹੈ। ਜਦੋਂ ਇਸ ਸੋਚ ਨਾਲ ਇਨਸਾਨ ਕਰਦਾ ਤਾਂ ਕਿ ਉਹ ਬਦਲੇ ਵੀ ਚੰਗੇ ਉਹਨੂੰ ਮਿਲਣੇ ਸ਼ੁਰੂ ਹੋ ਜਾਂਦੇ। ਜਦੋਂ ਬੰਦਾ ਅਹਿਸਾਨ ਜਿਹਾ ਰੱਖ ਕੇ ਕਰਦਾ ਨਾ ਤਾਂ ਫਿਰ ਅਗਲੇ ਵੀ ਫਿਰ ਕੀ ਸੁਣਾਉਂਦੇ, ਲੈ ਸਾਡੇ ਤੇ ਕੋਈ ਅਹਿਸਾਨ ਕੀਤਾ, ਇਹ ਫਰਜ਼ ਹੁੰਦਾ ਤੁਹਾਡਾ, ਇਹ ਸਾਰੀ ਦੁਨੀਆ ਕਰ ਰਹੀ, ਤੁਸੀਂ ਕੀ ਅਹਿਸਾਨ ਕਰਤਾ, ਸਾਡੇ ਕੋਈ ਸਪੈਸ਼ਲ ਕੀਤਾ। ਜਾਂ ਤਾਂ ਠੀਕ ਹੈ, ਬਾਕੀ ਮਾਵਾਂ 9 ਮਹੀਨੇ ਰੱਖਦੇ, ਤੁਸੀਂ 15 ਮਹੀਨੇ ਰੱਖ ਕੇ ਦਿਖਾਉਂਦੀਆਂ, ਇਹ ਤਾਂ ਕਹਿਣਾ ਸੀ ਕੋਈ ਐਕਸਟਰਾ ਕੀਤਾ ਤੁਸੀਂ ਸਾਡੇ ਵਾਸਤੇ। ਇਹ ਦੱਸ ਰਹੇ ਮੂੰਹ ਚੋਂ ਨਿਕਲਣਾ ਚਾਹੀਦਾ ਸਭ। ਫਿਰ ਅਸੀਂ ਜੀਵਨ 'ਚ ਆਨੰਦਿਤ ਰਹਿ ਸਕਦੇ ਹਾਂ। ਫਿਰ ਅਸੀਂ ਜੀਵਨ 'ਚ ਜੋ ਸਾਡਾ ਫਰਜ਼ ਹੈ ਅਸੀਂ ਆਪਣਾ ਫਰਜ਼ ਪੂਰਾ ਕਰੀਏ, ਪਰ ਫਰਜ਼ ਨੂੰ ਇਸ ਢੰਗ ਨਾਲ ਪੂਰਾ ਨਾ ਕਰੀਏ ਕਿ ਅੱਗੇ ਅਸੀਂ ਉਹ ਤੋਂ ਵੀ ਉਮੀਦਾਂ ਪਾ ਲਈਏ ਕਿ ਅੱਗੇ ਮੈਨੂੰ ਆਹ ਮਿਲੇ, ਮੈਂ ਬੈਸਟ ਕਰਨਾ ਹੈ, ਪਰ ਮੇਰੀ ਉਮੀਦ ਉਹ ਮੇਰਾ ਮਾਲਿਕ ਹੈ, ਕਿਉਂਕਿ ਸਭ ਨੂੰ ਦੇਣ ਵਾਲਾ ਉਹੀ ਹੈ। ਇਸ ਲਈ ਸੋਚ ਲੈਂਦੇ ਨਾ ਉਹਨਾਂ ਮੈਨੂੰ ਦੇਣਾ, ਇਹਨਾਂ ਮੈਨੂੰ ਦੇਣਾ, ਉਹਨਾਂ ਮੈਨੂੰ ਦੇਣਾ, ਤੇ ਫਿਰ ਰੱਬ ਆਪਣਾ ਹੱਥ ਪਿੱਛੇ ਕਰ ਲੈਂਦਾ ਹੈ, ਕਹਿੰਦਾ ਠੀਕ ਹੈ, ਇਹਨਾਂ ਤੋਂ ਉਮੀਦ ਹੈ ਨਾ, ਇਹਨਾਂ ਤੋਂ ਹੀ ਮੰਗ ਤੂੰ, ਦੇਖਦੇ ਤੈਨੂੰ ਕਿੰਨਾ ਕੁ ਦਿੰਦੇ ਹੈ। ਤਾਂ ਜਦੋਂ ਇਨਸਾਨ ਕਹਿੰਦਾ ਮੈਨੂੰ ਦੇਣ ਵਾਲਾ ਉਹ ਰੱਬ ਹੈ, ਉਹ ਪ੍ਰਮਾਤਮਾ, ਮੈਂ ਮਿਹਨਤ ਕਰਨਾ ਮੇਰਾ ਕਰਮ ਹੈ, ਕੋਸ਼ਿਸ਼ ਕਰਨਾ ਮੇਰਾ ਕਰਮ ਹੈ, ਪਰ ਦੇਣ ਵਾਲਾ ਉਹ ਮੇਰਾ ਮਾਲਿਕ ਹੈ, ਔਰ ਉਹਨਾਂ ਮੈਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਦੇਣਾ, ਕਿਹੜਾ ਜ਼ਰੀਆ ਉਹਨਾਂ ਬਣਾ ਦੇਣਾ ਹੈ। ਤਾਂ ਫਿਰ ਇਨਸਾਨ ਦੇ ਜੀਵਨ 'ਚ ਚਿੰਤਾ ਵੀ ਕੋਈ ਨਹੀਂ ਰਹਿੰਦੀ, ਕੱਲ੍ਹ ਦੀ ਫਿਕਰ ਵੀ ਨਹੀਂ ਰਹਿੰਦੀ, ਤਾਂ ਇਨਸਾਨ ਜੀਵਨ 'ਚ ਖੁਸ਼ ਵੀ ਰਹਿੰਦਾ ਹੈ, ਉਹਦੀਆਂ ਜ਼ਰੂਰਤਾਂ ਵੀ ਪੂਰੀਆਂ ਹੁੰਦੀਆਂ ਹੈ। ਕਿਉਂਕਿ ਜ਼ਰੂਰਤਾਂ ਤਾਂ ਕਈ ਵਾਰ ਦੱਸੀਦਾ ਹੈ ਕਿ ਕੀੜੇ ਮਕੌੜੇ ਜਿਹੜੇ ਪੱਥਰਾਂ ਦੇ ਵਿੱਚ ਹੈ, ਕਿ ਉਹਨਾਂ ਨੂੰ ਰੱਬ ਭੁੱਖਾ ਮਾਰਦਾ ਹੈ, ਉਹਨਾਂ ਨੂੰ ਰਿਜ਼ਕ ਨਹੀਂ ਮਿਲਦਾ, ਉਹਨਾਂ ਨੂੰ ਜੋ ਜ਼ਰੂਰਤ ਹੈ ਉਹ ਪੂਰੀ ਨਹੀਂ ਹੁੰਦੀ ਉਹਨਾਂ ਦੀ। ਪਰ ਬੰਦਾ ਜਦ ਵੀ ਦੁਖੀ ਹੁੰਦਾ ਜ਼ਰੂਰਤਾਂ ਕਰਕੇ ਨਹੀਂ ਹੁੰਦਾ, ਆਪਣੀਆਂ ਇੱਛਾਵਾਂ ਕਰਕੇ ਹੁੰਦਾ। ਅਮੀ ਦਿਓ ਕਿ ਤੁਸੀਂ ਜਿੰਨੇ ਜੀ ਬੈਠੇ ਹੈ, ਕਿੰਨੇ ਕਿੰਨੇ ਸਾਲਾਂ ਦੀ ਤੁਹਾਡੀ ਉਮਰ ਹੋ ਚੁੱਕੀ ਹੈ, ਤਾਂ ਤੁਸੀਂ ਆਪਣੇ ਸੋਚ ਕੇ ਦੇਖੋ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਮਾਂ ਦੇ ਗਰਭ ਤੋਂ ਸ਼ੁਰੂ ਕਰ ਲਈਏ ਅਸੀਂ, ਜਦੋਂ ਅਸੀਂ ਮਾਂ ਦੇ ਗਰਭ 'ਚ ਪਹਿਲਾ ਦਿਨ ਸੀ ਸਾਡਾ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਜੋ ਸਾਡੇ ਵਾਸਤੇ ਜ਼ਰੂਰੀ ਸੀ ਉਹ ਪ੍ਰਮਾਤਮਾ, ਉਹ ਸਾਡਾ ਮਾਲਿਕ ਸਾਨੂੰ ਦਿੰਦਾ ਆ ਗਿਆ। ਜੇ ਨਾ ਦਿੰਦਾ ਤਾਂ ਅੱਜ ਇੱਥੇ ਬੈਠੇ ਨਹੀਂ ਹੋਣਾ ਸੀ ਅਸੀਂ। ਪਰ ਜਦ ਵੀ ਅਸੀਂ ਦੁਖੀ ਹੋਏ ਹਾਂ ਜ਼ਰੂਰਤ ਕਰਕੇ ਨਹੀਂ ਹੋਏ, ਜਦ ਵੀ ਅਸੀਂ ਪਰੇਸ਼ਾਨ ਹੋਏ ਇੱਛਾ ਕਰਕੇ ਹੋਏ। ਆਹ ਮੇਰੀ ਇੱਛਾ ਪੂਰੀ ਨਹੀਂ ਹੋਈ, ਮੇਰੀ ਆਹ ਇੱਛਾ ਸੀ। ਜਿੱਦਾਂ ਹੁਣ ਬੰਦਾ ਕਹਿੰਦਾ ਨਾ ਆਹ ਮੈਨੂੰ ਮੋਬਾਈਲ ਪਸੰਦ ਆਇਆ ਸੀ, ਖਰੀਦ ਨਹੀਂ ਹੋਇਆ, ਦੁਖੀ ਹੋ ਗਿਆ, ਮੈਂ ਚੀਜ਼ ਨਹੀਂ ਖਰੀਦ ਪਾਇਆ, ਉਹ ਇੱਛਾ ਹੈ ਸਾਡੀ। ਮੈਨੂੰ ਆਹ ਕੱਪੜਾ ਪਸੰਦ ਸੀ, ਮੈਨੂੰ ਆਹ ਘਰ ਪਸੰਦ ਸੀ, ਮੈਨੂੰ ਉਹ ਪਸੰਦ ਸੀ, ਉਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਇਹ ਇੱਛਾਵਾਂ ਆ ਸਾਡੀਆਂ। ਪਰ ਅਗਰ ਜ਼ਰੂਰਤ ਦੇਖੀ ਜਾਵੇ ਤਾਂ ਜ਼ਰੂਰਤ ਤਾਂ ਗੂੰਗਿਆਂ ਦੀ, ਅੰਨਿਆਂ ਬੋਲਿਆਂ ਦੀ, ਲੂਲੇ ਲੰਗੜਿਆਂ ਦੀ ਵੀ ਪ੍ਰਮਾਤਮਾ ਪੂਰੀ ਕਰ ਦਿੰਦਾ, ਜਿਨ੍ਹਾਂ ਦੇ ਹੱਥ ਪੈਰ ਨਹੀਂ ਹੈ, ਅੱਖਾਂ ਨਹੀਂ ਹੈ ਦੇਖਣ ਵਾਲੀਆਂ, ਕੰਨ ਨਹੀਂ ਹੈ ਸੁਣਨ ਵਾਲੇ, ਕਈ ਇੱਦਾਂ ਦੇ ਵੀ ਦੇਖੇ ਹੈ। ਕਿਉਂਕਿ ਤਾਂ ਹੀ ਅਸੀਂ ਕਈ ਵਾਰ ਕਹੀਦਾ ਹੈ ਕਿ ਇੱਕ ਵਾਰ ਸਾਨੂੰ ਗੜੇ ਦੇ ਲਾਗੇ ਬਲਾਈਂਡ ਸਕੂਲ ਹੈ, ਉੱਥੇ ਜਾਣ ਦਾ ਮੌਕਾ ਮਿਲਿਆ ਕਿ ਅੱਖਾਂ ਵੀ ਨਹੀਂ ਹੈ, ਕੰਨ ਵੀ ਨਹੀਂ ਹੈ, ਬਹਿਰੇ ਹੈ, ਉਹ ਸਿਰਫ ਸਪਰਸ਼ ਨਾਲ ਹੀ ਸਭ ਕੁਝ ਆਪਣਾ ਕਰ ਰਹੇ ਹੈ। ਤਾਂ ਜ਼ਰੂਰਤਾਂ ਦਾ ਰੱਬ ਉਹਨਾਂ ਦੀ ਪੂਰੀਆਂ ਹੀ ਕਰ ਰਹੇ ਹੈ। ਅਗਰ ਉਹਨਾਂ ਨੂੰ ਦੇਖਿਆ ਜਾਵੇ, ਫਿਰ ਇਨਸਾਨ ਆਪਣੇ ਆਪ ਨੂੰ ਦੇਖੇ, ਤਾਂ ਫਿਰ ਬੰਦਾ ਕਹਿੰਦਾ ਮੈਂ ਵੀ ਦੁਖੀ ਹੋ ਕੇ ਬੈਠਾ, ਮੇਰੇ ਮਾਲਿਕ ਨੇ ਮੈਨੂੰ ਸਭ ਨਾਲੋਂ ਜ਼ਿਆਦਾ ਦਿੱਤਾ ਹੋਇਆ। ਸਭ ਤੋਂ ਪਹਿਲਾਂ ਅਗਰ ਤੁਹਾਡਾ ਸਰੀਰ ਤੰਦਰੁਸਤ ਹੈ ਨਾ, ਅੱਖਾਂ ਦੇਖ ਰਹੀਆਂ, ਕੰਨ ਸੁਣ ਰਹੇ ਆ, ਜ਼ੁਬਾਨ ਬੋਲ ਰਹੀ, ਹੱਥ ਪੈਰ ਕੰਮ ਕਰ ਰਹੇ, ਸਮਝ ਲਓ ਤੁਹਾਡੇ ਕੋਲ ਸਭ ਤੋਂ ਬੜਾ ਖਜ਼ਾਨਾ ਹੈ। ਇਹ ਸਭ ਤੋਂ ਬੜੀ ਨਿਮਤ ਹੈ ਤੁਹਾਡਾ ਇਹ ਤੰਦਰੁਸਤ ਸਰੀਰ, ਇਹ ਤੰਦਰੁਸਤ ਬਾਡੀ। ਇਹਨੂੰ ਦੇਖ ਕੇ ਅਸੀਂ ਸ਼ੁਕਰ ਨਹੀਂ ਕਰਦੇ। ਜਿੱਦਾਂ ਦੱਸਿਆ ਸੀ ਅਸੀਂ ਕਿ 99 ਜੋ ਦਾਤਾਂ ਸਾਡੇ ਕੋਲ ਹੈ, ਉਹ 99 ਸਿੱਕੇ ਰੱਬ ਨੇ ਸਾਨੂੰ ਦਿੱਤੇ ਹੈ, ਉਹਦਾ ਸ਼ੁਕਰ ਨਹੀਂ ਕਰਨਾ, ਉਹਦੀ ਖੁਸ਼ੀ ਨਹੀਂ ਮਨਾਣੀ। ਇੱਕ ਚੀਜ਼ ਨਹੀਂ ਹੈ, ਉਹ ਸਾਰਾ ਸੰਸਾਰ ਉਹਨੂੰ ਹੀ ਲੱਭਣ 'ਚ ਲੱਗਾ ਹੋਇਆ ਹੈ, ਆਹ ਮਿਲ ਜਾਵੇ, ਉਹ ਮਿਲ ਜਾਵੇ, ਉਹਨੂੰ ਸੋਚ ਸੋਚ ਕੇ ਬੰਦਾ ਦੁਖੀ ਹੈ। ਔਰ ਐਸਾ ਇਨਸਾਨ ਹਮੇਸ਼ਾ ਦੁਖੀ ਰਹਿੰਦਾ ਹੈ।
ਕਿਉਂਕਿ ਦੁਨੀਆ ਤੇ ਸੰਪੂਰਨਤਾ ਤਾਂ ਇੱਕੋ ਹੀ ਹੈ, ਇਹ ਤਾਂ ਕੋਈ ਨਾ ਕੋਈ ਕਮੀ ਤਾਂ ਜੀਵਨ 'ਚ ਬੰਦੇ ਦੇ ਰਹਿਣੀ ਹੈ। ਤਾਂ ਹੀ ਤਾਂ ਕਹਿੰਦੇ ਹਰ ਕਿਸੇ ਕੋ ਮੁਕੰਮਲ यहाँ नहीं मिलता, किसी को ज़मीन नहीं मिलती, किसी को आसमां नहीं मिलता। कि जे बंदा सोचे कोई मुकम्मल हो गया तो मुकम्मल तो ਇੱਕੋ ਹੀ ਹੈ ਜਿਹਨੂੰ ਪੂਰਨ ਕਿਹਾ ਗਿਆ। ਜਦ ਤੱਕ ਬੰਦੇ ਦੇ ਸਵਾਦ ਚੱਲਦੇ ਕੁਛ ਨਾ ਕੁਛ ਕਮੀ ਤਾਂ ਇਹਦੇ ਜੀਵਨ 'ਚ ਸਦਾ ਰਹਿਣੀ ਹੈ। ਔਰ ਮੁਕੰਮਲ ਨਾਲ ਮਿਲ ਕੇ ਹੀ ਬੰਦਾ ਮੁਕੰਮਲ ਹੋ ਸਕਦਾ ਹੈ। ਸਮਝ ਆਈ ਕਿ ਨਹੀਂ? ਜਦੋਂ ਇਨਸਾਨ ਨੂੰ ਉਹ ਆਨੰਦ ਅੰਦਰੋਂ ਮਿਲ ਜਾਂਦਾ ਨਾ ਤਾਂ ਫਿਰ ਇਨਸਾਨ ਨੂੰ ਲੱਗਦਾ ਹੁਣ ਕੁਛ ਪਾਉਣ ਨੂੰ ਹੈ ਹੀ ਨਹੀਂ, ਉਹ ਕੋਈ ਇੱਛਾ ਹੈ ਹੀ ਨਹੀਂ। ਹੁਣ ਮਿਲ ਗਿਆ ਤਾਂ ਵੀ ਸ਼ੁਕਰ ਹੈ, ਨਹੀਂ ਮਿਲਿਆ ਤਾਂ ਵੀ ਸ਼ੁਕਰ। ਫਿਰ ਇਨਸਾਨ ਕਹਿੰਦਾ ਹੁਣ ਮੈਂ ਸੰਪੂਰਨ ਹਾਂ। ਤਾਂ ਹੀ ਤਾਂ ਕਹਿੰਦੇ ਨਾ ਚਾਹ ਗਈ ਚਿੰਤਾ ਗਈ ਮਨੁਆ ਬੇਪਰਵਾਹ, ਜਿਸਕੋ ਕੁਛ ਨਹੀਂ ਚਾਹੀਏ ਸੋਈ ਸ਼ਹਿਨशाह। ਇਹ ਸ਼ਹਿਨशाह ਉਹ ਨਹੀਂ ਹੈ ਜਿਹੜੇ ਤਖਤਾਂ 'ਤੇ ਬੈਠੇ ਹੀ ਕਹੀਏ ਲੈ ਵੀ ਮੋਦੀ ਜਾਂ ਆਪਣੇ ਅਮਰੀਕਾ ਦਾ ਰਾਸ਼ਟਰਪਤੀ ਹੈ, ਬਾਦਸ਼ਾਹ ਹੈ, ਸ਼ਹਿਨशाह ਹੈ, ਜਾਂ ਪ੍ਰਧਾਨ ਮੰਤਰੀ ਬਣ ਕੇ ਰਾਸ਼ਟਰਪਤੀ ਦੀ ਕੁਰਸੀ 'ਤੇ ਬਹਿ ਕੇ ਕੋਈ ਵੀ ਬੈਠ ਜਾਵੇ। ਅੱਜ ਇੱਕ ਬੈਠਾ ਕੱਲ੍ਹ ਨੂੰ ਦੂਸਰਾ ਬਹਿ ਜਾਵੇ ਜੇ ਉਹ ਬਾਦਸ਼ਾਹ ਬਣ ਗਿਆ ਤਾਂ ਨਹੀਂ। ਬਾਦਸ਼ਾਹ ਤਾਂ ਉਹ ਹੁੰਦੇ ਆ ਜਿਨ੍ਹਾਂ ਦੇ ਅੰਦਰ ਦੀਆਂ ਸਾਰੀਆਂ ਇੱਛਾਵਾਂ ਹੀ ਖਤਮ ਹੋ ਜਾਂਦੀਆਂ, ਕੋਈ ਚਾਹ ਹੀ ਨਹੀਂ ਹੈ, ਜੋ ਹਰ ਹਾਲ ਵਿੱਚ ਖੁਸ਼ ਹੈ, ਹਰ ਹਾਲ ਵਿੱਚ ਆਨੰਦਿਤ ਹੈ। ਇਹ ਤਾਂ ਇਹ ਦੱਸਿਆ ਸੀਗਾ ਕਿ ਨੈਪੋਲੀਅਨ ਨੂੰ ਕਿਸੇ ਨੇ ਪੁੱਛਿਆ, ਉਹ ਕਹਿੰਦਾ ਮੈਂ 6 ਦਿਨ ਵੀ ਜੀਵਨ 'ਚ ਖੁਸ਼ੀ ਨਾਲ ਨਹੀਂ ਰਿਹਾ। ਤਾਂ ਹੈਲਨ ਕੇਲਰ ਜਿਹੜੀ ਅੱਖਾਂ ਤੋਂ ਅੰਨੀ ਸੀ, ਕੰਨਾਂ ਤੋਂ ਸੁਣ ਵੀ ਨਹੀਂ ਸਕਦੀ ਸੀ, ਉਹਨਾਂ ਕਿਹਾ ਮੇਰਾ ਜੀਵਨ ਹੀ ਆਨੰਦ ਹੈ। ਕਿ ਠੀਕ ਹੈ ਮੇਰੇ ਕੋਲ ਦੇਖਣ ਵਾਲੀਆਂ ਅੱਖਾਂ ਨਹੀਂ ਹੈ, ਸੁਣਨ ਵਾਲੇ ਕੰਨ ਨਹੀਂ ਹੈ, ਪਰ ਕੁਦਰਤ ਨੇ ਮੈਨੂੰ ਹੋਰ ਬਹੁਤ ਕੁਝ ਦਿੱਤਾ ਹੈ। ਇਹ ਜੀਵਨ ਦਿੱਤਾ ਹੈ, ਮੈਂ ਇਹਦਾ ਆਨੰਦ ਲੈ ਰਹੀ ਹਾਂ। ਜੋ ਮੇਰੇ ਕੋਲ ਹੈ ਮੈਂ ਉਹਦਾ ਆਨੰਦ ਲੈ ਰਹੀ ਹਾਂ। ਯਾਨੀ ਅਗਰ ਜੀਵਨ ਦਾ ਆਨੰਦ ਲੈਣਾ ਤਾਂ ਜੋ ਸਾਡੇ ਕੋਲ ਹੈ ਨਾ ਉਹਨੂੰ ਪਸੰਦ ਕਰੋ, ਉਹਦੇ ਵਾਸਤੇ ਸ਼ੁਕਰ ਕਰੋ। ਤਾਂ ਜੇ ਜੀਵਨ ਨੂੰ ਦੁੱਖਾਂ ਨਾਲ ਭਰਨਾ ਆ ਤਾਂ ਜੋ ਮੇਰੇ ਕੋਲ ਨਹੀਂ ਹੈ ਉਹਦੇ ਬਾਰੇ ਸੋਚ ਸੋਚ ਕੇ ਦੁਖੀ ਹੋਈ ਜਾਈਏ। ਸਮਝ ਆ ਰਹੀ ਹੈ? ਇਸ ਕਰਕੇ ਸੁੱਖ ਵੀ ਹੋਣਾ ਹੀ ਹੈ, ਦੁੱਖ ਵੀ ਹੋਣਾ ਹੀ ਹੈ। ਇਹ ਤੁਹਾਡੇ ਤੇ ਆ, ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਜਾਂ ਦੁਖੀ ਹੋਣਾ ਚਾਹੁੰਦੇ ਹੋ। ਅਗਰ ਸੁਖੀ ਹੋਣਾ ਚਾਹੁੰਦੇ ਹੋ ਤਾਂ ਆਪਣਾ ਧਿਆਨ ਉਹਨਾਂ ਚੀਜ਼ਾਂ ਵੱਲ ਲੈ ਜਾਓ ਜੋ ਹੈ, ਉਹਦੇ ਵਾਸਤੇ ਸ਼ੁਕਰ ਕਰਨਾ ਸ਼ੁਰੂ ਕਰ ਦਿਓ। ਤਾਂ ਜੇ ਦੁਖੀ ਹੋਣਾ ਚਾਹੁੰਦੇ ਹੋ ਤਾਂ ਉਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿਓ, ਮੈਨੂੰ ਆ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ, ਉਹ ਹੈ ਨਹੀਂ, ਤਾਂ ਫਿਰ ਤੁਹਾਡਾ ਦੁੱਖ ਵੱਧਦਾ ਚਲਾ ਜਾਏਗਾ। ਸਮਝ ਦਿਓ। ਇਸ ਲਈ ਇਹ ਕਈ ਵਾਰ ਹੁੰਦਾ ਹੈ ਨਾ, ਇਹ ਕਿਸੇ ਨੇ ਕਹਿੰਦੇ ਹੈ ਕਿ ਵਾਰਨ ਬਫੇ ਨੂੰ ਪੁੱਛਿਆ ਸੀ ਕਿ ਤੁਸੀਂ ਇੰਨੇ ਅਮੀਰ ਹੈ, ਦੁਨੀਆ ਦੇ 10 ਜਿਹੜੇ ਸਭ ਤੋਂ ਟੌਪ ਚੋਟੀ ਦੇ ਅਮੀਰ ਹੈ ਉਹਨਾਂ 'ਚ ਤੁਹਾਡਾ ਨਾਮ ਆਉਂਦਾ ਹੈ, ਫਿਰ ਵੀ ਤੁਸੀਂ ਇੰਨੀ ਕਮਾਈ ਕਰ ਰਹੇ ਹੋ। ਕਹਿੰਦੇ ਵਾਰਨ ਬਫੇ ਦੀ ਬੜੀ ਪਿਆਰੀ ਗੱਲ ਹੈ। ਉਹ ਕਹਿੰਦੇ ਜਦੋਂ ਇਨਸਾਨ ਇਸ ਦੌੜ 'ਚ ਪੈ ਜਾਂਦਾ ਨਾ, ਜੇ ਅੱਜ ਉਹ ਕੋਲ 10 ਬਿਲੀਅਨ ਹੈ, ਉਹਦੀ ਦੌੜ ਹੁੰਦੀ ਅਗਲੇ ਸਾਲ ਮੇਰੇ ਕੋਲ 12 ਹੋਣੇ ਚਾਹੀਦੇ, ਅਗਲੇ ਸਾਲ ਮੇਰੇ ਕੋਲ 14 ਹੋਣੇ ਚਾਹੀਦੇ। ਹਾਲਾਂਕਿ ਖਾਣਾ ਤਾਂ ਉਹਨੇ ਵੀ ਇੱਕ ਰੋਟੀ ਹੈ, ਰਹਿਣਾ ਤਾਂ ਉਹਨਾਂ ਵੀ ਛੋਟੇ ਜਿਹੇ ਘਰ 'ਚ ਹੈ। ਸਮਝ ਰਹੇ ਹੋ? ਅੱਜ ਤਾਂ ਹੁਣ ਪੜ੍ਹ ਰਹੇ ਸੀ ਐਲੋਨ ਮਸਕ ਬਾਰੇ ਕਿ ਉਹਨਾਂ ਆਪਣਾ ਘਰ ਘੁਰ ਵੇਚ ਕੇ ਇੱਕ ਪੋਰਟੇਬਲ ਘਰ ਹੀ ਲੈ ਲਿਆ ਹੈ, ਜਿਹੜਾ ਇਕੱਠਾ ਕਰ ਲਓ ਜਿੱਥੇ ਮਰਜ਼ੀ ਉਹਨੂੰ ਲੈ ਜਾਓ, ਫਿਰ ਖੋਲ ਕੇ ਉੱਥੇ ਰਹਿਣਾ ਸ਼ੁਰੂ ਕਰਦੇ। ਛੋਟਾ ਜਿਹਾ ਘਰ ਲੈ ਲਿਆ ਉਹਨੇ, ਉਹਦੇ ਇੰਨਾ ਹੈ ਕਿ ਬਸ ਮੰਗਲ 'ਤੇ ਲੈ ਕੇ ਜਾਣਾ ਮੈਂ, ਕਿ ਇਹ ਮੰਗਲ 'ਤੇ ਇੱਦਾਂ ਦੇ ਘਰ ਭੇਜਣੇ ਆ ਮੈਂ ਜਿਹੜੇ ਪੋਰਟੇਬਲ ਹੋਣ, ਉਹਨਾਂ 'ਚ ਹੀ ਰਹਿ ਰਿਹਾ ਉਹ। ਕਿਉਂਕਿ ਜਨੂੰਨ ਹੁੰਦਾ ਇੱਕ ਬੰਦੇ ਦੇ ਅੰਦਰ, ਬੰਦੇ ਅੰਦਰ ਇੱਕ ਹੁੰਦਾ ਕਿ ਆਹ ਕਰਨ ਦੀ ਇੱਛਾ, ਉਹ ਕਰਨ ਦੀ ਇੱਛਾ। ਚਲੋ ਅੱਛੀ ਗੱਲ ਆ, ਕੁਛ ਐਸਾ ਕਰਨ ਦੀ ਇੱਛਾ ਹੋਵੇ ਜਿਸ 'ਚ ਦੁਨੀਆ ਦਾ ਭਲਾ ਹੋਵੇ, ਉਹ ਤਾਂ ਗੱਲ ਸਮਝ ਆਉਂਦੀ ਹੈ। ਕਿ ਐਡੀਸਨ ਦੀ ਇੱਛਾ ਸੀ ਬੱਲਬ ਬਣਾਉਣ ਦੀ ਕਿ ਦੁਨੀਆ ਨੂੰ ਰੋਸ਼ਨੀ ਦਿੱਤੀ ਜਾਵੇ, ਔਰ ਵਾਕਈ ਉਹਦਾ ਬਹੁਤ ਫਾਇਦਾ ਹੈ। ਅਜੇ ਉਹ ਵੀ ਕਾਮਯਾਬ ਹੁੰਦਾ ਕਿਤੇ ਮੰਗਲ ਦੁਨੀਆ ਵਸਦੀ ਤਾਂ ਉਹਦਾ ਵੀ ਲੋਕਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਅੱਛੀ ਗੱਲ ਹੈ, ਕੁਛ ਐਸੀ ਇੱਛਾ ਹੋਵੇ ਜਿਸ 'ਚ ਮੇਰਾ ਨਹੀਂ, ਜਿਸ 'ਚ ਸੰਸਾਰ ਦਾ ਭਲਾ ਹੈ, ਤਾਂ ਬਹੁਤ ਅੱਛੀ ਗੱਲ ਹੈ। ਪਰ ਅੱਜ ਇਨਸਾਨ ਅਗਰ ਆਪਣੀਆਂ ਇੱਛਾਵਾਂ ਨੂੰ ਦੇਖੋ ਤਾਂ ਇਨਸਾਨ ਦੀਆਂ ਇੱਛਾਵਾਂ ਬੜੀਆਂ ਛੋਟੀਆਂ ਆਪਣੇ ਤੱਕ ਹੀ ਸੀਮਿਤ ਹੈ। ਇੰਨੀ ਛੋਟੀ ਸੋਚ ਹੁੰਦੀ ਕਿ ਮੇਰਾ ਇਨਸਾਨ ਦੀ ਕਿ ਇਨਸਾਨ ਦੂਜੇ ਨੂੰ ਹੱਸਦਾ ਦੇਖ ਕੇ ਵੀ ਸੜਦਾ ਹੈ, ਇਹ ਹੱਸ ਕਿਉਂ ਰਿਹਾ ਹੈ। ਬਲਕਿ ਕਹਿਣਾ ਕੀ ਚਾਹੀਦਾ, ਜੇ ਦੂਜਾ ਖੁਸ਼ ਹੈ ਤਾਂ ਪਰਮਾਤਮਾ ਇਹਨੂੰ ਹੋਰ ਖੁਸ਼ੀ ਦੇਵੇ ਤਾਂ ਕਿ ਦੁਨੀਆ 'ਤੇ ਖੁਸ਼ੀਆਂ ਵਧਣ। ਇਸ ਲਈ ਅੱਜ ਬੰਦਾ ਹਸਦ ਕਰਦਾ ਹੈ, ਜਲਦਾ ਹੈ ਦੂਜੇ ਦੀ ਖੁਸ਼ੀ ਤੋਂ, ਦੂਜੇ ਦੀ ਤਰੱਕੀ ਤੋਂ, ਰਸ਼ਕ ਨਹੀਂ ਕਰਦਾ। ਰਸ਼ਕ ਕਰਨ ਦਾ ਮਤਲਬ ਹੁੰਦਾ ਕਿ ਸ਼ੁਕਰ ਹੈ ਪਰਮਾਤਮਾ ਇਹਨੂੰ ਤੂੰ ਦੇ ਰਿਹਾ, ਇਹਨੂੰ ਹੋਰ ਦੇ, ਔਰ ਜਿੱਦਾਂ ਇਹ ਤਰੱਕੀ ਕਰ ਰਿਹਾ ਮੈਨੂੰ ਵੀ ਬਲ ਦੇ, ਮੈਨੂੰ ਵੀ ਤਾਕਤ ਦੇ ਕਿ ਮੈਂ ਵੀ ਕਾਮਯਾਬ ਹੋਵਾਂ। ਪਰ ਇਹ ਨਹੀਂ, ਅੱਜ ਬੰਦਾ ਕਹਿੰਦਾ ਮੈਨੂੰ ਤਰੱਕੀ ਮਿਲੇ ਨਾ ਮਿਲੇ, ਪਰ ਇਹਨੂੰ ਕਿਉਂ ਮਿਲ ਗਈ, ਮੈਂ ਬੇਸ਼ੱਕ ਮੰਗ ਕੇ ਖਾਵਾਂ ਪਰ ਇਹਨੂੰ ਖੁਸ਼ੀ ਨਹੀਂ ਮਿਲਣੀ ਚਾਹੀਦੀ। ਦੂਜੇ ਦੀ ਖੁਸ਼ੀ ਦੇਖ ਕੇ ਬੰਦਾ ਸੜਦਾ, ਉਹਨੂੰ ਕਹਿੰਦੇ ਹਸਦ। ਔਰ ਹਸਦ ਕਰਨ ਵਾਲਾ ਬੰਦਾ ਕਦੀ ਵੱਧਦਾ ਨਹੀਂ।
ਇੱਕ ਮੁਸਲਿਮ ਡਾਕਟਰ ਸੀ, ਉਹਦੇ ਬਾਰੇ ਕਰ ਰਹੇ ਸੀਗੇ, ਇੱਕ ਉਹਦਾ ਬਿਆਨ ਪੜ੍ਹ ਰਹੇ ਸੀ ਅਸੀਂ, ਨਾਮ ਨਹੀਂ ਹੁਣ ਯਾਦ ਆ ਰਿਹਾ ਕੀ ਹੈ। ਉਹਨਾਂ ਇੱਕ ਦਵਾਈ ਦੀ ਖੋਜ ਕੀਤੀ ਸੀ ਜਿਹੜੀ ਬੜੀ ਕਾਮਯਾਬ ਹੋਈ ਹੈ। ਉਹ ਤਕਰੀਬਨ 105 ਸਾਲ ਦੀ ਉਮਰ ਜੀ ਕੇ ਗਿਆ, ਪਰ ਉਹਦੇ ਅਗਰ ਦੇਖਿਆ ਉਹ ਚੈਨ ਸਮੋਕਰ ਸੀ। ਇੱਕ ਸਿਗਰਟ ਬੁਝਦੀ ਸੀ ਤਾਂ ਦੂਜਾ ਨਾਲ ਬੰਦਾ ਉਹਦੇ ਖੜਾ ਹੁੰਦਾ ਸੀ ਨੌਕਰ ਅਗਲੀ ਸਿਗਰਟ ਲਾਉਣ ਨੂੰ, ਪਰ ਫਿਰ ਵੀ 105 ਸਾਲ ਦੀ ਜ਼ਿੰਦਗੀ ਜੀ ਉਹਨਾਂ। ਇਹ ਤਾਂ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਚੈਨ ਸਮੋਕਰ ਹੋਵੇ ਨਾ ਉਹ 60-70 ਸਾਲ ਦੇ ਵਿੱਚ ਹੀ ਕੈਂਸਰ ਨਾਲ ਮਰ ਜਾਂਦਾ ਹੈ, ਔਰ 105 ਸਾਲ ਦੀ ਉਮਰ ਤੱਕ ਵੀ ਤੁਰਦਾ ਫਿਰਦਾ ਖੁਸ਼ ਰਿਹਾ। ਤਾਂ ਕਿਸੇ ਨੇ ਉਹਨੂੰ ਪੁੱਛਿਆ ਤੁਹਾਡੀ ਲੰਬੀ ਉਮਰ ਦਾ ਰਾਜ ਕੀ ਹੈ, ਤੇ ਤੁਸੀਂ ਇੰਨੀਆਂ ਸਿਗਰਟਾਂ ਪੀਂਦੇ ਹੋ, ਇੱਕ ਇੱਕ ਦਿਨ ਦੀਆਂ ਤੁਸੀਂ 2-2 ਡੱਬੀਆਂ 4-4 ਡੱਬੀਆਂ ਪੀ ਜਾਂਦੇ ਹੋ, ਇੱਕ ਖੁਦ ਡਾਕਟਰ ਹੋ ਤੁਸੀਂ, ਸਾਇੰਟਿਸਟ ਹੋ, ਆਹ ਚੀਜ਼ ਤਿਆਰ ਕੀਤੀ ਤੁਸੀਂ, ਫਿਰ ਵੀ ਤੁਸੀਂ ਏਡੀ ਲੰਬੀ ਉਮਰ ਦਾ ਰਾਜ ਕੀ? ਉਹਨੇ ਕਿਉਂ ਗੱਲ ਕੀ? ਕਹਿੰਦਾ ਮੇਰੀ ਉਮਰ ਦਾ ਰਾਜ ਇਹ ਹੈ ਕਿ ਮੈਂ ਕਦੀ ਜੀਵਨ 'ਚ ਹਸਦ ਨਹੀਂ ਕੀਤੀ, ਕਿਸੇ ਨੂੰ ਦੇਖ ਕੇ ਜਲਿਆ ਨਹੀਂ ਹੈ। ਮੈਂ ਜਿਹਨੂੰ ਮੈਂ ਤਰੱਕੀ ਕਰਦਾ ਦੇਖ ਖੁਸ਼ ਹੋਇਆ ਮੈਂ ਕਿ ਇਹ ਤਰੱਕੀ ਉਹਦੀ ਨਹੀਂ, ਇਹ ਤਰੱਕੀ ਮੇਰੀ ਹੈ। ਕਹਿੰਦਾ ਬਸ ਇਹੀ ਖੁਸ਼ੀ ਨੇ ਮੈਨੂੰ ਅੱਜ ਤੱਕ ਫਿੱਟ ਰੱਖਿਆ, ਤੁਰਦਾ ਫਿਰਦਾ ਰਿਹਾ ਉਹ ਲਾਸਟ ਸਮੇਂ ਤੱਕ, ਬੈੱਡ ਤੇ ਨਹੀਂ ਪਿਆ ਉਹ। ਪਰ ਇੱਥੇ ਅੱਜ ਇਨਸਾਨ ਕਹਿੰਦਾ ਜੀ ਮੈਂ ਸਿਗਰਟ ਨੂੰ ਹੱਥ ਨਹੀਂ ਲਾਉਂਦਾ, ਮੈਂ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ, ਮੈਂ ਨਸ਼ੇ ਨੂੰ ਹੱਥ, ਪਰ ਮੈਂ ਸੜਦਾ ਸਾਰਿਆਂ ਨੂੰ ਦੇਖ ਕੇ ਨਹੀਂ। ਇੱਦਾਂ ਦਾ ਬੰਦਾ ਮਰੇਗਾ 60 ਸਾਲ ਦੀ ਉਮਰ 'ਚ ਮਰੇਗਾ, ਕਿਉਂਕਿ ਅੰਦਰੋਂ ਸਿਗਰਟ ਤਾਂ ਚਲੋ ਸਾਡੇ ਫੇਫੜਿਆਂ ਨੂੰ ਸਾੜਦੀ ਹੈ, ਪਰ ਜਿਹੜੀ ਹਸਦ ਹੈ ਨਾ ਉਹ ਸਾਡੇ ਖੂਨ ਨੂੰ, ਸਾਡੇ ਮਨ ਨੂੰ, ਸਾਡੀ ਆਤਮਾ ਤੱਕ ਨੂੰ ਸਾੜ ਕੇ ਰੱਖ ਦਿੰਦੀ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਆਤਮਾ ਨੂੰ ਕੋਈ ਅੱਗ ਨਹੀਂ ਸਾੜ ਸਕਦੀ, ਕੋਈ ਪਾਣੀ ਨਹੀਂ ਡੁਬੋ ਸਕਦਾ, ਪਰ ਇਹ ਕਹਿੰਦੇ ਇਹ ਜਿਹੜੀ ਜਲਨ ਦੀ ਅਗਨੀ ਹੈ ਨਾ ਇਹ ਤੁਹਾਡੀ ਆਤਮਾ 'ਤੇ ਵੀ ਪ੍ਰਭਾਵ ਪਾਉਂਦੀ ਹੈ। ਹਾਂ ਦੁਨੀਆ ਦੀ ਅੱਗ ਨਹੀਂ ਆਤਮਾ ਨੂੰ ਸਾੜ ਸਕਦੀ, ਪਰ ਜਿਹੜਾ ਅੰਦਰੋਂ ਅੰਦਰ ਕਿਸੇ ਖੁਸ਼ ਦੇਖ ਕੇ ਸੜੀ ਜਾਣਾ ਨਾ, ਐਸਾ ਇਨਸਾਨ ਜੀਵਨ 'ਚ ਕਾਮਯਾਬ ਨਹੀਂ ਹੁੰਦਾ। ਇਸ ਕਰਕੇ ਅਜੇ ਤੁਸੀਂ ਸਰਚ ਕਰਕੇ ਦੇਖਿਓ ਕਿ ਹਾਰਟ ਅਟੈਕ ਜ਼ਿਆਦਾ ਹੋਣ ਦਾ ਕਾਰਨ ਕੀ ਹੈ, ਕਿਉਂਕਿ ਦਿਲ 'ਚ ਨਾ ਦੂਜੇ ਨੂੰ ਦੇਖ ਕੇ ਸੜੀ ਜਾਣਾ, ਦਿਲ ਨੂੰ ਐਵੇਂ ਘੁੱਟੀ ਜਾਣਾ, ਐਵੇਂ ਦੁਖੀ ਹੋਈ ਜਾਣਾ। ਹਾਏ ਉਹਨੂੰ ਤਰੱਕੀ ਕਰਦਾ ਦੇਖ ਕੇ ਦਿਲ ਤੇ ਆਰੀਆਂ ਚੱਲਦੀਆਂ ਮੇਰੇ, ਉਹ ਆਰੀਆਂ ਨਹੀਂ ਚੱਲਦੀਆਂ, ਤੇਰੀਆਂ ਨਸਾਂ ਕੱਟ ਹੋ ਰਹੀਆਂ, ਤੈਨੂੰ ਅਟੈਕ ਹੀ ਹੋਣੇ ਆ। ਉਹਦਾ ਕਹਿੰਦਾ ਉਹ ਤਰੱਕੀ ਦੇਖ ਕੇ ਦਿਲ ਮੇਰਾ ਨਾ ਸੜ ਰਿਹਾ ਅੰਦਰੋਂ, ਉਹ ਕਿੱਦਾਂ ਕਾਮਯਾਬ ਹੋ ਰਿਹਾ? ਨਹੀਂ, ਪਰਮਾਤਮਾ ਕਹਿੰਦਾ ਹੈ ਜੇ ਤੂੰ ਦੂਜਿਆਂ ਨੂੰ ਤਰੱਕੀ ਕਰਦਾ ਦੇਖ ਕੇ, ਦੂਜਿਆਂ ਨੂੰ ਖੁਸ਼ ਦੇਖ ਕੇ ਖੁਸ਼ ਹੋਊਗਾ ਤਾਂ ਫਿਰ ਤੇਰੇ ਜੀਵਨ 'ਚ ਵੀ ਖੁਸ਼ੀਆਂ ਆਉਣਗੀਆਂ। ਟਾਈਮ ਜ਼ਿਆਦਾ ਹੋ ਗਿਆ, ਚਲੋ ਉੱਠੋ, ਬਾਕੀ ਗੱਲ ਕੱਲ ਪੂਰੀ ਕਰਾਂਗੇ ਜੀ। 5 ਮਿੰਟ ਉੱਪਰ ਹੋ ਗਿਆ ਅੱਜ। ਤੋ ਸੜੋ ਨਾ, ਜਲੋ ਨਾ, ਸ਼ੁਕਰ ਕਰੋ ਸਾਰਿਆਂ ਨੂੰ ਦੇਖ ਕੇ, ਹੱਸੋ ਮੁਸਕਰਾਓ। ਕਿਸੇ ਨੂੰ ਹੱਸਦਾ ਦੇਖ ਕੇ ਉਹਦੇ ਵਾਸਤੇ ਦੁਆ ਕਰੋ ਕਿ ਮਾਲਕ ਨੂੰ ਹੋਰ ਖੁਸ਼ੀਆਂ ਦੇਣ। ਜਦੋਂ ਤਰੱਕੀ ਕਰਦਾ ਦੇਖ ਕੇ ਦੁਆ ਕਰੋ ਰੱਬ ਨੂੰ ਹੋਰ ਤਰੱਕੀ ਦੇਵੇ। ਕਿਸੇ ਦੇ 6 ਬੈਂਡ ਆ ਜਾਣ ਤਾਂ ਉਹਨੂੰ ਰੋਣ ਦੀ ਲੋੜ ਨਹੀਂ, ਉਹਨੂੰ ਮਿਹਨਤ ਕਰਨੀ ਚਾਹੀਦੀ ਕਿ ਮੈਂ ਹੋਰ ਤਰੱਕੀ ਕਰਨੀ ਹੈ, 6.5 ਲੈਣੀ ਅਗਲੀ ਵਾਰ ਨੂੰ, ਰੋਣਾ ਨਹੀਂ ਹੈ। ਠੀਕ ਹੈ, ਕਿਸੇ ਨਿਆਣਿਆਂ ਨੂੰ ਮਾਰਦੇ ਆ ਤਾਂ ਉਹ ਵੀ ਇਤਨਾ ਟੈਨਸ਼ਨ ਨਾ ਲੈਣ, ਇਹ ਕਰਨਗੇ ਸ਼ੁਕਰ ਹੈ ਮੇਰੇ ਮਾਲਕ ਜੋ ਹੋ ਰਿਹਾ ਅੱਛਾ ਹੀ ਹੋ ਰਿਹਾ। ਹਰ ਪਾਸੇ ਉਹਦੇ ਰਜ਼ਾ 'ਚ ਰਾਜੀ ਰਹੋ, ਸ਼ੁਕਰ ਕਰੋ ਤਾਂ ਦੇਖੋ ਜੀਵਨ 'ਚ ਸਭ ਕੁਝ ਅੱਛਾ ਹੀ ਹੁੰਦਾ। ਸੜਨਾ ਨਹੀਂ ਹੈ, ਦੁਖੀ ਨਹੀਂ ਹੋਣਾ ਕਿਉਂ ਹੋ ਰਿਹਾ, ਕਿੱਦਾਂ ਹੋ ਰਿਹਾ। ਹਾਲ ਤੋਂ ਸ਼ੁਕਰ ਕਰੋ, ਨਿਸ਼ਕਪਟ ਪ੍ਰੇਮ ਕਰੋ ਸਾਰਿਆਂ ਨੂੰ। ਠੀਕ ਹੈ, ਜੈ ਮਾਤਾ, ਜੈ ਮਾਤਾ, ਜੈ ਮਾਤਾ।